ਦੋਸਤੋ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਪਹਿਲਾਂ ਨਾਲੋਂ ਥੋੜ੍ਹਾ ਘੱਟ ਤਾਂ ਹੋਇਆ, ਪਰ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਜਿਹੜੀਆਂ ਮੌਤਾਂ ਨੇ ਅਤੇ ਨਸ਼ੇ ਦੇ ਜਿਹੜੇ ਗੰਭੀਰ ਹਾਲਾਤ ਨੇ ਜਿਹੜੇ ਦੇਖ ਕੇ ਉਹ ਹਜੇ ਵੀ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਸੁਨਾਮ ਤੋਂ ਹੈ ਜੀ, ਜਿੱਥੇ ਇੱਕ ਨੌਜਵਾਨ ਨੇ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਅਤੇ ਉਹ ਨਸ਼ਾ ਛੱਡਣ ਦੀ ਕੋਸ਼ਿਸ਼ ਹੀ ਉਹਦੇ ਉੱਤੇ ਇੰਨੀ ਜ਼ਿਆਦਾ ਭਾਰੀ ਪੈ ਗਈ ਕਿ ਉਹਨੂੰ ਹੁਣ ਜੰਜੀਰਾਂ ਦੇ ਵਿੱਚ ਬੰਨ੍ਹ ਕੇ ਉਹਦੇ ਪਰਿਵਾਰ ਵੱਲੋਂ ਰੱਖਿਆ ਜਾ ਰਿਹਾ। ਉਹਦਾ ਮਾਨਸਿਕ ਸੰਤੁਲਨ ਹੈ ਜਿਹੜਾ ਉਹ ਇਸ ਕਰਕੇ ਹਿੱਲ ਗਿਆ ਕਿ ਉਹਨੇ ਨਸ਼ਾ ਇੱਕੋਦਮ ਛੱਡ ਦਿੱਤਾ। ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਸਰਦਾਰ ਕੁਲਵੰਤ ਸਿੰਘ ਜੀ, ਸੀਨੀਅਰ ਪੱਤਰਕਾਰ ਸਾਡੇ, ਅਤੇ ਉਹ ਦੱਸਣਗੇ ਜੀ ਪੂਰੇ ਮਾਮਲਾ ਕੀ ਹੈ ਅਤੇ ਇਹਦੇ ਵਿੱਚ ਨਸ਼ਾ ਛੱਡਣ ਨਾਲ ਜਿਹੜਾ ਹੁਣ ਉਹ ਕੀ ਸਾਈਡ ਇਫੈਕਟ ਦਿਖ ਰਹੇ ਨੇ ਪੰਜਾਬ ਦੇ ਵਿੱਚ। ਇਹਦੇ ਬਾਰੇ ਪੂਰੀ ਚਰਚਾ ਕਰਦੇ ਹਾਂ। ਪਹਿਲਾਂ ਕੁਲਵੰਤ ਜੀ ਬਹੁਤ ਸਵਾਗਤ ਹੈ ਸ਼ੋਅ ਦੇ ਵਿੱਚ। ਬਹੁਤ ਧੰਨਵਾਦ ਬੋਨੀ। ਕੁਲਵੰਤ ਜੀ, ਕੀ ਹੈ ਪੂਰਾ ਮਾਮਲਾ ਸਨੌਰ ਦਾ, ਜਿੱਥੇ ਨੌਜਵਾਨ ਕਹਿੰਦੇ ਇੱਕ ਨਸ਼ਾ ਛੱਡਣ ਲੱਗਿਆ ਸੀਗਾ, ਹੁਣ ਨਸ਼ੇ ਨਾਲ ਪਾਗਲ ਹੁੰਦੇ ਤਾਂ ਅਸੀਂ ਬੜੇ ਲੋਕੀ ਦੇਖੇ ਨੇ, ਨਸ਼ਾ ਛੱਡਣ ਕਾਰਨ ਪਾਗਲ ਹੋਣ ਦਾ ਇਹ ਗੱਲ ਸਮਝ ਨਹੀਂ ਆਈ। ਦੇਖੋ ਬੋਨੀ, ਇਹ ਮੈਡੀਕਲੀ ਇੱਕ ਸੱਚ ਹੈਗਾ ਕਿ ਜਦੋਂ ਵੀ ਕੋਈ ਵਿਅਕਤੀ ਨਸ਼ੇ ਦੇ ਵਿੱਚ ਗਲਤਾਨ ਹੋ ਜਾਂਦਾ ਬੜੀ ਬੁਰੀ ਤਰ੍ਹਾਂ, ਤਾਂ ਉਹ ਜਦੋਂ ਨਸ਼ਾ ਛੱਡਦਾ ਅਚਾਨਕ ਬਿਨਾਂ ਕਿਸੇ ਮੈਡੀਕਲ ਐਡਵਾਈਸ ਦੇ ਜਾਂ ਬਿਨਾਂ ਮੈਡੀਕਲ ਸੁਪਰਵਿਜ਼ਨ ਦੇ ਨਸ਼ਾ ਛੱਡਦਾ, ਤਾਂ ਫਿਰ ਉਹਨੂੰ ਕਿਤੇ ਨਾ ਕਿਤੇ ਜਿਹੜੀਆਂ ਉਹ ਸਿਹਤ ਸੰਬੰਧੀ ਦਿੱਕਤਾਂ ਆਉਂਦੀਆਂ ਨੇ। ਅਤੇ ਇਸੇ ਕਰਕੇ ਜਿਹੜੇ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹੁੰਦੇ ਨੇ ਤੇ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ, ਉੱਥੇ ਉਹਦਾ ਪ੍ਰੋਪਰ ਤਰੀਕੇ ਨਾਲ ਇਲਾਜ ਕੀਤਾ ਜਾਂਦਾ, ਤਾਂ ਜਾ ਕੇ ਕਿਤੇ ਉਹ ਨਸ਼ਾ ਛੱਡ ਪਾਉਂਦਾ। ਪਰ ਇੱਥੇ ਜਿਹੜੀ ਕਹਾਣੀ ਹੋਈ ਹੈ ਇਹ ਥੋੜ੍ਹੀ ਜਿਹੀ ਦਰਦਨਾਕ ਹੋਈ ਹੈ ਕਿ ਮਾਮਲਾ ਹੈਗਾ ਸੁਨਾਮ ਦੇ ਇੰਦਰਾ ਬਸਤੀ ਦਾ। ਇਹਦਾ ਵਾਰਡ ਨੰਬਰ 19 ਹੈਗਾ। ਉੱਥੇ ਨੌਜਵਾਨ ਦਾ ਨਾਮ ਹੈ ਅਮਨਦੀਪ ਸਿੰਘ, 21 ਸਾਲ ਦਾ ਹੈ। ਉਹ ਪੇਂਟਿੰਗ ਦਾ ਕੰਮ ਕਰਦਾ ਸੀ ਅਤੇ ਇਹ ਨਸ਼ੇ ਦੀ ਦਲਦਲ 'ਚ ਫਸ ਗਿਆ ਸੀਗਾ। ਕੁਝ ਦਿਨ ਪਹਿਲਾਂ ਹੀ ਮਤਲਬ ਜਦੋਂ ਚਾਰੋਂ ਪਾਸੋਂ ਦਬਾਅ ਪੈ ਜਾਂਦਾ ਜਾਂ ਫਿਰ ਆਰਥਿਕ ਪੱਖੋਂ ਤੰਗ ਹੋ ਜਾਂਦੇ ਨੇ ਲੋਕੀ, ਅਤੇ ਫਿਰ ਉਹ ਨਸ਼ਾ ਛੱਡਣ ਵਾਲੇ ਪਾਸੇ ਆ ਜਾਂਦੇ ਨੇ, ਜਾਂ ਫਿਰ ਕੋਈ ਨਾ ਕੋਈ ਹਾਦਸਾ ਇਹੋ ਜਿਹਾ ਹੋ ਜਾਂਦਾ ਕਿ ਜਿਹੜਾ ਮਨ ਨੂੰ ਝੰਜੋੜ ਕੇ ਚਲਾ ਜਾਂਦਾ ਅਤੇ ਫਿਰ ਉਹ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦੇ ਨੇ। ਇਹ ਅਜਿਹਾ ਨਹੀਂ ਹੁੰਦਾ ਕਿ ਸਾਰੇ ਹੀ ਜਿਹੜੇ ਨਸ਼ਾ ਛੱਡ ਹੀ ਨਹੀਂ ਪਾਉਂਦੇ, ਬਹੁਤ ਸਾਰੇ ਲੋਕ ਛੱਡਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਜਦੋਂ ਅਮਨਦੀਪ ਨੇ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਦਿਮਾਗੀ ਸੰਤੁਲਨ ਜਿਹੜਾ ਉਹ ਵਿਗੜ ਗਿਆ, ਅਤੇ ਉਹਦੀ ਨਾਨੀ ਅਤੇ ਮਾਤਾ ਬਿੰਦਰ ਕੌਰ ਦੀ ਜੇਕਰ ਮੰਨੀ ਹੈ ਜਿਹੜੀ ਗੱਲ ਉਹਨਾਂ ਨੇ ਜੋ ਦੱਸੀ ਹੈਗੀ ਹੈ ਕਿ ਉਹਨੂੰ ਜਿਹੜਾ ਜਦੋਂ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਮੂੰਹ ਵਿੰਗਾ ਹੋ ਗਿਆ, ਯਾਨੀ ਉਹਨੂੰ ਇੱਕ ਕਿਸਮ ਦਾ ਪੈਰਾਲਾਈਸਿਸ ਦਾ ਅਟੈਕ ਹੀ ਕਹਿ ਸਕਦੇ ਹੋ, ਕਿਉਂਕਿ ਮੂੰਹ ਵਿੰਗਾ ਹੋਣਾ ਜਿਹੜਾ ਉਹਨਾਂ ਦੇ ਵਿੱਚ ਹੀ ਆ ਜਾਂਦਾ ਹੈਗਾ। ਅਤੇ ਫਿਰ ਉਹ ਹਾਲਾਤ ਉਹਦੇ ਮਤਲਬ ਇਸ ਤਰ੍ਹਾਂ ਹੋ ਗਏ ਕਿ ਉਹ ਵਾਇਲੈਂਟ ਹੋ ਗਿਆ। ਫਿਰ ਉਹਨੂੰ ਜੰਜੀਰਾਂ ਨਾਲ ਬੰਨ੍ਹ ਕੇ ਰੱਖਣਾ ਪਿਆ ਅਤੇ ਕਾਫੀ ਥਾਵਾਂ ਤੋਂ ਇਲਾਜ ਕਰਾਇਆ ਹੋਇਆ ਪੈਸੇ ਦੀ ਕਮੀ ਕਾਰਨ। ਉਹਨਾਂ ਮਤਲਬ ਗਰੀਬ ਪਰਿਵਾਰ ਸੀਗਾ, ਪੇਂਟਿੰਗ ਦਾ ਕੰਮ ਕਰਦੇ ਹੋ ਨੌਜਵਾਨ, ਤੁਸੀਂ ਸੋਚ ਸਕਦੇ ਹੋ ਵੀ ਕਿੰਨਾ ਕੁ ਜ਼ਿਆਦਾ ਉਹ ਅਮੀਰ ਹੋਣਗੇ ਜਾਂ ਕਿੰਨੇ ਕੁ ਪੈਸੇ ਵਾਲੇ ਹੋਣਗੇ। ਇਲਾਜ ਕਰਵਾਇਆ ਪਰ ਉਹ ਇਲਾਜ ਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਅਤੇ ਹਾਲਾਤ ਜਿਹੜੇ ਨੇ ਉਹ ਕਾਫੀ ਤਰਸਯੋਗ ਹੋਏ ਨੇ ਅਤੇ ਹੁਣ ਉਹ ਇਲਾਜ ਕਰਵਾ ਨਹੀਂ ਪਾ ਰਹੇ। ਇੱਕ ਨਾ ਉਦਾਹਰਨ ਹੈ ਬਣੀ, ਜਦੋਂ ਆਪਾਂ ਨਸ਼ਾ ਬੰਦ ਕਰਨ ਦੀ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਅਸੀਂ ਨਸ਼ਾ ਬੰਦ ਕਰ ਦਿਆਂਗੇ, ਜੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਗੱਲ ਮੰਨੀਏ ਵੀ 4 ਹਫ਼ਤਿਆਂ 'ਚ ਲੱਕ ਤੋੜ ਦਿਆਂਗੇ, ਜੇ ਨੱਕ ਲੁੱਕ ਤਾਂ ਕਿਹੜਾ ਟੁੱਟਣਾ ਸੀਗਾ, ਲੱਕ ਉਹਨਾਂ ਦੇ ਟੁੱਟ ਕੇ ਜਿਹੜਾ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਛੱਡਣ ਦੀ ਕੋਸ਼ਿਸ਼ ਕਰ ਰਹੇ ਸੀ। ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਛਡਾਉਣ ਦੀ ਕੋਸ਼ਿਸ਼ ਕਰ ਸੀਗੇ, ਉਹਨਾਂ ਨੂੰ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਅਤੇ ਆਹ ਨੌਜਵਾਨ ਜਿਹੜਾ ਉਹਦੀ ਇੱਕ ਵੱਡੀ ਉਦਾਹਰਨ ਹੈਗੀ ਹੈ। ਅਤੇ ਪਰ ਇਹਦੇ ਨਾਲ ਬਹੁਤ ਸਾਰੀਆਂ ਅਜਿਹੀਆਂ ਵੀ ਚੀਜ਼ਾਂ ਕਰਨੀਆਂ ਪੈਣਗੀਆਂ ਵੀ ਜਿਹੜੇ ਨੌਜਵਾਨ ਜੇਕਰ ਨਸ਼ਾ ਛੱਡ ਰਹੇ ਨੇ ਤਾਂ ਉਹਨਾਂ ਨੂੰ ਅਜਿਹੀਆਂ ਸਿਹਤ ਸੰਬੰਧੀ ਸਮੱਸਿਆਵਾਂ ਨਾ ਆਉਣ। ਪਰ ਇਹਦੇ ਨਾਲ ਜੇਕਰ ਆਪਾਂ ਸਰਕਾਰੀ ਪੱਖ ਦੇਖੀਏ ਤਾਂ ਸਰਕਾਰ ਵੱਲੋਂ ਬਹੁਤ ਸਾਰੇ ਇਹੋ ਜਿਹੇ ਸਰਕਾਰੀ ਨਸ਼ਾ ਛਡਾਊ ਕੇਂਦਰ ਵੀ ਹੈਗੇ ਨੇ, ਜਿੱਥੇ ਲਿਜਾ ਕੇ ਪ੍ਰੋਪਰ ਤਰੀਕੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ, ਉਹਨਾਂ ਨੂੰ ਮੈਡੀਕਲ ਐਡਵਾਈਸ ਦਿੱਤੀ ਜਾਂਦੀ ਹੈ, ਉਹਨਾਂ ਨੂੰ ਯੋਗਾ ਕਰਵਾਇਆ ਜਾਂਦਾ, ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਕੀਤਾ ਜਾਂਦਾ, ਉਹਨਾਂ ਨੂੰ ਦਵਾਈਆਂ ਜਿਹੜੀਆਂ ਨੇ ਉਹ ਜਿਹੀਆਂ ਦਿੱਤੀਆਂ ਜਾਂਦੀਆਂ ਨੇ ਜਿਹਦੇ ਨਾਲ ਉਹ ਅੱਗੇ ਨਸ਼ੇ ਦੀ ਤਲਬ ਹੀ ਅੰਦਰੋਂ ਖਤਮ ਹੋ ਜਾਂਦੀ ਹੈ ਜੀ। ਅਤੇ ਜਦੋਂ ਨਸ਼ਾ ਛੱਡਦੇ ਨੇ ਤਾਂ ਉਹਦੇ ਨਾਲ ਉਹਨਾਂ ਦਾ ਸਾਈਡ ਇਫੈਕਟ ਜਿਹੜਾ ਉਹ ਨਸ਼ਾ ਦਾ ਉਹ ਜਿਹੜਾ ਉਹ ਨਹੀਂ ਹੋ ਪਾਉਂਦਾ। ਪਰ ਜੇਕਰ ਦੇਖਿਆ ਜਾਵੇ ਤਾਂ ਇਹ ਅਜਿਹੇ ਮਾਮਲੇ ਦੇ ਵਿੱਚ ਅਤੇ ਹਰੇਕ ਨੂੰ ਇਸ ਚੀਜ਼ ਦੀ ਅਵੇਅਰਨੈਸ ਵੀ ਨਹੀਂ ਹੈਗੀ, ਇਹ ਇਸ ਗੱਲ ਤੋਂ ਆਪਾਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ। ਅਤੇ ਜੇਕਰ ਮਤਲਬ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਹੈਗੀ ਉਹ ਜਦੋਂ ਜੇ ਨਸ਼ਾ ਛੱਡਣ ਵਾਲੇ ਪਾਸੇ ਆਉਂਦੇ ਨੇ ਤਾਂ ਫਿਰ ਉਹਨਾਂ ਨੂੰ ਜਿਹੜਾ ਇੱਦਾਂ ਦੇ ਹਾਲਾਤ ਹੋ ਜਾਂਦੇ ਨੇ ਜਿੱਦਾਂ ਦੇ ਅਮਨਦੀਪ 'ਤੇ ਹੋਏ ਨੇ। ਆਮ ਆਦਮੀ ਪਾਰਟੀ
ਚਾਹੇ ਤੁਸੀਂ ਸ਼੍ਰੋਮਣੀ ਅਕਾਲੀ ਦਲ, ਚਾਹੇ ਭਾਰਤੀ ਜਨਤਾ ਪਾਰਟੀ ਤੇ ਚਾਹੇ ਕਾਂਗਰਸ, ਜਦੋਂ ਵੀ ਚੋਣਾਂ ਲੜੀਆਂ ਨੇ ਹੁਣ ਪਿਛਲੇ ਸਮੇਂ ਦੇ ਦੌਰਾਨ, ਪਿਛਲੀਆਂ 2 ਟਰਮਸ ਨੂੰ ਆਪਾਂ ਦੇਖੀਏ ਜਦੋਂ ਤਾਂ ਉਹਨਾਂ ਨੇ ਇੱਕੋ ਹੀ ਵਾਅਦਾ ਕੀਤਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਾਂਗੇ। ਤੇ ਇਹ ਜੇਕਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਗੱਲ ਵੀ ਕਰੀਏ ਤਾਂ ਕੁਲਤਾਰ ਸਿੰਘ ਸੰਧਵਾ ਹੋਣਾ ਦੀ, ਤਾਂ ਉਹਨਾਂ ਨੇ ਵੀ ਇੱਕ ਸਮਾਗਮ ਦੇ ਵਿੱਚ, ਮੈਂ ਉੱਥੇ ਮੌਜੂਦ ਸੀਗਾ, ਤਾਂ ਉੱਥੇ ਕਿਹਾ ਸੀਗਾ ਵੀ ਅਸੀਂ ਚਿੱਟੇ ਨੂੰ ਲੈ ਕੇ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਉਣਗੇ। ਤਾਂ ਜਦੋਂ ਇਹ ਸੈਸ਼ਨ ਬੁਲਾਉਣ ਦੀ ਗੱਲ ਚੱਲ ਰਹੀ ਹੈ, ਯਾਨੀ ਕਿ ਇਸ ਮਾਮਲੇ ਨੂੰ ਲੈ ਕੇ ਵੀ ਕਿ ਇਹ ਸਰਕਾਰ ਵੀ ਬੜੀ ਸੀਰੀਅਸ ਹੈ, ਕਿਉਂਕਿ ਅੱਜ ਵੀ ਤੁਸੀਂ ਜੇਕਰ ਦੇਖੀਏ ਤਾਂ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਕੇਸ ਵੀ ਜਿਹੜਾ ਉਹ ਨਸ਼ਿਆਂ ਨੂੰ ਲੈ ਕੇ ਹੈ, ਤੇ ਉਹਦੇ ਤੇ ਉੱਤੇ ਵੀ ਸਾਰਿਆਂ ਨੇ ਫੋਕਸ ਕੀਤਾ ਹੈ। ਭਾਵੇਂ ਕਿ ਇਸ ਨੂੰ ਆਪਾਂ ਇਹ ਨਹੀਂ ਕਹਿ ਰਹੇ ਵੀ ਬਿਕਰਮ ਸਿੰਘ ਮਜੀਠੀਆ ਜਿਹੜੇ ਉਸ ਚੀਜ਼ ਨੂੰ ਲੈ ਕੇ ਕਸੂਰਵਾਰ ਨੇ, ਕਿਉਂਕਿ ਇਹ ਕੰਮ ਕੇਸ ਤਾਂ ਉਹੀ ਹੈ, ਕੇਸ ਉਹੀ ਹੈ, ਮਤਲਬ ਫੋਕਸ ਹੋ ਜਾਂਦਾ ਇੱਕ ਚੀਜ਼ ਦਾ, ਤੇ ਕੇਸ ਉਹੀ ਹੈਗਾ। ਇਹਦੇ 'ਚ ਕੌਣ ਜ਼ਿੰਮੇਵਾਰ ਆ ਕੌਣ ਨਹੀਂ, ਇਹ ਤਾਂ ਅਦਾਲਤ ਨੇ ਫੈਸਲਾ ਕਰਨਾ, ਲੇਕਿਨ ਇੱਕ ਫੋਕਸ ਆ ਜਾਂਦਾ ਜਦੋਂ ਵੀ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਪ੍ਰਮੁੱਖਤਾ ਦੇ ਨਾਲ ਜਿਹੜਾ ਮੀਡੀਆ ਜਿਹੜਾ ਉਸ ਨੂੰ ਕਵਰ ਕਰਦਾ ਹੈਗਾ। ਤਾਂ ਅੱਜ ਵੀ ਜਿਹੜਾ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਕੇਸ, ਜਿਹੜਾ ਉਹਨਾਂ ਦੇ ਜ਼ਮਾਨਤ ਦਾ ਕੇਸ ਜਾਂ ਉਹਨਾਂ ਨੂੰ ਕੇਸ ਨੂੰ ਲੈ ਕੇ ਉਹ ਸੁਪਰੀਮ ਕੋਰਟ ਦੇ ਵਿੱਚ ਅੱਜ ਦੀ ਸੁਣਵਾਈ ਹੈਗੀ ਹੈ, ਅੱਜ ਵੀ ਇਸ ਚੀਜ਼ ਦਾ ਫੋਕਸ ਹੈਗਾ। ਲੰਘੇ ਦਿਨ ਵੀ ਜਿਹੜਾ ਵਿਧਾਨ ਸਭਾ ਦੇ ਅੰਦਰ ਵੀ ਇਸ ਮਾਮਲੇ ਨੂੰ ਲੈ ਕੇ ਜਿਹੜੀ ਚਰਚਾ ਹੋਈ, ਲੰਘੇ ਦਿਨ ਵੀ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜੀ ਵੀ ਹੈ ਇਹ ਕੇਸਾਂ ਦੀ ਸੁਣਵਾਈਆਂ ਹੋਈਆਂ ਨੇ, ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਮਾਮਲਾ ਵੀ ਸੀਗਾ, ਜਿਹਦੇ ਵਿੱਚ ਜਿਹੜੇ ਨਸ਼ਿਆਂ ਨੂੰ ਲੈ ਕੇ ਜਿਹੜੀਆਂ ਰਿਪੋਰਟਾਂ ਪੇਸ਼ ਹੋ ਚੁੱਕੀਆਂ ਨੇ ਹਾਈ ਕੋਰਟ ਦੇ ਵਿੱਚ ਸੀਨੀਅਰ ਅਧਿਕਾਰੀਆਂ ਵੱਲੋਂ, ਪੁਲਿਸ ਅਧਿਕਾਰੀਆਂ ਵੱਲੋਂ, ਉਹ ਬੰਦ ਲਿਫਾਫੇ ਖੋਲ੍ਹਣ ਦੀਆਂ ਵੀ ਗੱਲਾਂ ਹੋਈਆਂ ਨੇ। ਜਿਹੜਾ ਚੱਟੋਪਾਧਿਆ ਉਹਨਾਂ ਦੀ ਰਿਪੋਰਟ ਸੀਗੀ ਉਹਦੇ ਉੱਤੇ ਵੀ ਜਿਹੜੀਆਂ ਅਦਾਲਤੀ ਟਿੱਪਣੀਆਂ ਆਈਆਂ ਨੇ। ਸੋ ਇਹ ਨਹੀਂ ਕਿਹਾ ਜਾ ਸਕਦਾ ਵੀ ਇਹ ਮਾਮਲੇ ਜਿਹੜੇ ਨੇ ਠੱਪ ਹੋ ਕੇ ਰਹਿ ਗਏ ਨੇ, ਇਹਨਾਂ ਦੇ ਉੱਤੇ ਕੁਝ ਵੀ ਨਹੀਂ ਕੀਤਾ ਜਾ ਰਿਹਾ। ਮਾਮਲੇ ਗਾਹੇ ਬਗਾਹੇ ਜਿਹੜੇ ਆ ਉਹ ਸੁਰਖੀਆਂ 'ਚ ਰਹਿੰਦੇ ਨੇ, ਪਰ ਇਹਦੇ ਬਾਵਜੂਦ ਵੀ ਜ਼ਮੀਨੀ ਸੱਚਾਈ ਇਹ ਹੈ ਕਿ ਅੱਜ ਵੀ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ 'ਚ ਫਸੇ ਹੋਏ ਨੇ, ਤੇ ਜਿਹੜੇ ਫਸੇ ਹੋਏ ਨੇ ਉਹਨਾਂ ਦਾ ਹਾਲਾਤ ਕੀ ਨੇ ਇਹ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ। ਬੇਸ਼ੱਕ ਉਹ ਸੁਹਿਰਦ ਵੀ ਹੋਣ, ਪਰ ਉਹ ਇਸ ਨੂੰ ਲੈ ਕੇ ਜਿਹੜੇ ਨੇ ਉਹ ਕੁਝ ਵੀ ਜਿਹੜਾ ਉਹ ਰਿਜ਼ਲਟ ਜਿਹੜੇ ਆ ਪੋਜ਼ੀਟਿਵਲੀ ਸਾਹਮਣੇ ਨਹੀਂ ਆ ਰਹੇ। ਪਿਛਲੇ ਸਮੇਂ ਦੇ ਦੌਰਾਨ ਬੁੰਨੀ, ਮੈਨੂੰ ਯਾਦ ਹੈ ਮੈਂ ਸਾਲ 2007 ਦੀ ਗੱਲ ਆ ਜਦੋਂ ਮੈਂ NDTV ਦੇ ਉੱਤੇ ਇੱਕ ਸਟੋਰੀ ਕਵਰ ਕੀਤੀ ਸੀ ਨਾਭਾ ਦੇ ਪਿੰਡ ਰੋਟੀ ਛੰਨਾ ਦੇ ਵਿੱਚ। ਰੋਟੀ ਛੰਨਾ ਜਿਹੜਾ ਇੱਕ ਅਜਿਹਾ ਪਿੰਡ ਆ ਉੱਥੇ ਜਿਹੜਾ ਨਸ਼ਿਆਂ ਨੂੰ ਲੈ ਕੇ ਬਹੁਤ ਬਦਨਾਮ ਹੈ, ਔਰ ਉੱਥੇ ਹਰ ਦੂਜੇ ਘਰ ਦੇ ਵਿੱਚ ਜਿਹੜਾ ਉਹ ਹਰ ਦੂਜੇ ਘਰ ਦੇ ਉੱਤੇ ਜੀਆਂ ਦੇ ਉੱਤੇ ਜਿਹੜੇ ਨੇ ਉਹ ਨਸ਼ਾ ਵੇਚਣ ਦੇ ਪਰਚੇ ਦਰਜ ਨੇ। ਮੇਰੇ ਕੋਲ ਉਹਦੀਆਂ ਸਾਰੀਆਂ ਰਿਪੋਰਟਾਂ ਪਈਆਂ ਹੋਈਆਂ ਨੇ ਵੀ ਕਿਹੜੇ ਉਹਨਾਂ ਨੇ ਨਕਸ਼ਾ ਬਕਾਇਦਾ ਤੌਰ ਦੇ ਉੱਤੇ ਪੁਲਿਸ ਨੇ ਇਸ ਚੀਜ਼ ਦਾ ਤਿਆਰ ਕੀਤਾ ਹੋਇਆ, ਪੂਰੇ ਪਿੰਡ ਦਾ ਨਕਸ਼ਾ ਉਹਨਾਂ ਨੇ ਤਿਆਰ ਕੀਤਾ ਵੀ ਕਿਹੜੇ ਨਕਸ਼ੇ ਦੇ ਵਾਈਜ਼ ਜਿਹੜਾ ਦੱਸਿਆ ਵੀ ਆਹ ਘਰ ਫਲਾਣੇ ਦਾ, ਆਹ ਘਰ ਫਲਾਣੇ ਦਾ, ਆਹ ਘਰ ਫਲਾਣੇ ਦਾ, ਤੇ ਉਹਦੇ ਉੱਤੇ ਦੱਸਿਆ ਵੀ ਇੱਕ ਘਰ ਦੇ ਵਿੱਚ ਕਿੰਨੇ ਜੀ ਨੇ ਤੇ ਉਹਨਾਂ ਦੇ ਉੱਤੇ ਕਿੰਨੇ ਪਰਚੇ ਦਰਜ ਨੇ NDPS ਨੂੰ ਲੈ ਕੇ, ਨਸ਼ਾ ਵੇਚਣ ਨੂੰ ਲੈ ਕੇ। ਤਾਂ ਉਦੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਉਦੋਂ ਇੱਕ ਚਰਨੋ ਨਾਮ ਦੀ ਲੇਡੀ ਸੀਗੀ ਜਿਹਨੇ ਇੱਕ ਐਫੀਡੇਵਿਟ ਦਿੱਤਾ ਸੀਗਾ DIG ਨੂੰ, ਪਟਿਆਲੇ ਦੇ ਨੂੰ, ਕਿ ਮੈਂ ਨਸ਼ਾ ਛੱਡਣਾ ਤਾਂ ਚਾਹੁੰਦੇ, ਅਸੀਂ ਜਿਹੜੇ ਪਿੰਡ ਵਾਸੀ ਹਾਂ ਅਸੀਂ ਨਸ਼ਾ ਛੱਡਣਾ ਤਾਂ ਚਾਹੁੰਦੇ ਹਾਂ, ਪਰ ਸਾਨੂੰ ਜਿਹੜੇ ਨੇ ਉਹ ਫਲਾਣੇ ਉਹਨਾਂ ਨੇ ਨਾਮ ਲਿਖ ਕੇ ਵਿੱਚ ਪਾਏ ਸੀ, ਫਲਾਣੇ ਪੁਲਿਸ ਅਧਿਕਾਰੀ ਜਿਹੜੇ ਸਾਨੂੰ ਇਲਾਕੇ ਦੇ ਉਹ ਨਸ਼ਾ ਛੱਡਣ ਨਹੀਂ ਦਿੰਦੇ ਵੀ ਜੇਕਰ ਅਸੀਂ ਨਸ਼ਾ ਛੱਡਦੇ ਹਾਂ ਤਾਂ ਸਾਡੇ 'ਤੇ ਪਰਚਾ ਦਰਜ ਕਰਨ ਦੀ ਕਹਿੰਦੇ ਨੇ ਵੀ ਸਾਡੇ ਤੋਂ ਤੁਹਾਡੇ 'ਤੇ ਹੋਰ ਪਰਚਾ ਦਰਜ ਕਰਾਂਗੇ, ਤੇ ਜੇ ਅਸੀਂ ਨਸ਼ਾ ਨਹੀਂ ਛੱਡਦੇ ਤਾਂ ਫਿਰ ਸਾਡੇ ਤੋਂ ਉਹ 50,000 ਰੁਪਏ ਰਲ ਕੇ ਮਹੀਨਾ ਲੈਂਦੇ ਨੇ, ਤੇ ਜੇ ਅਸੀਂ ਨਸ਼ਾ ਛੱਡਦੇ ਹਾਂ ਤਾਂ ਉਹਨਾਂ ਦਾ 50,000 ਰੁਪਏ ਮਰਦਾ ਹੈਗਾ, ਇਸ ਕਰਕੇ ਉਹ ਕਹਿੰਦਾ ਵੀ ਤੁਹਾਡੇ 'ਤੇ ਪਰਚਾ ਦਰਜ ਕਰਾਂਗੇ। ਤਾਂ ਫਿਰ ਇਸ ਸੰਬੰਧੀ ਵਿੱਚ ਉਸ ਟਾਈਮ ਜਦੋਂ ਸੁਖਬੀਰ ਬਾਦਲ ਹੁੰਦੇ ਸੀ ਡਿਪਟੀ ਆਪਣਾ ਜਿਹੜੇ ਉਸ CM, ਤਾਂ ਮੈਂ ਉਹਨਾਂ ਨੂੰ ਇੱਥੇ ਪ੍ਰੋਗਰਾਮ ਪੋਲੋ ਗਰਾਊਂਡ ਦੇ ਵਿੱਚ ਪ੍ਰੋਗਰਾਮ ਹੋਇਆ ਸੀ ਪਟਿਆਲੇ ਦੇ ਵਿੱਚ, ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ, ਉਹ ਮੇਰੀ ਅੱਜ ਵੀ ਜਿਹੜੀ NDTV ਦੇ ਉੱਤੇ ਸਟੋਰੀ ਉਹ ਪਈ ਹੋਈ ਹੈ, ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ ਕਿ ਤੁਸੀਂ ਇਹ ਤਾਂ ਕਹਿੰਦੇ ਹੋ ਵੀ ਉਦੋਂ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ RP ਮੀਣਾ ਨੂੰ ਅਸੀਂ ਲਗਾਇਆ ਹੈਗਾ, ਉਸ ਟਾਈਮ ਪਤਾ ਨਹੀਂ DIG ਕਿ IG ਸੀਗੇ, ਵੀ ਅਸੀਂ ਉਹਨਾਂ ਨੂੰ ਲਗਾਇਆ ਹੈਗਾ ਨਸ਼ਿਆਂ ਨੂੰ ਲੈ ਕੇ ਜਿਹੜੇ ਲੋਕ ਨੇ ਉਹਨਾਂ ਨੂੰ ਸਪੈਸ਼ਲ ਜਿਹੜੇ ਅਧਿਕਾਰੀ ਲਗਾਇਆ ਵੀ ਨਸ਼ਾ ਨੂੰ ਖਤਮ ਕਰਨ ਲਈ ਜਿਹੜਾ ਹੈ ਇਹਦੇ 'ਤੇ ਕੰਮ ਕਰਨਗੇ। ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ, ਮੈਂ ਕਿਹਾ ਵੀ ਬਾਦਲ ਸਾਹਿਬ ਤੁਸੀਂ ਇਹ ਦੱਸੋ ਵੀ ਜਿਹੜੇ ਲੋਕ ਨਸ਼ਾ ਵੇਚਣ ਦੇ ਕਾਰੋਬਾਰ 'ਚ ਫਸੇ ਹੋਏ ਨੇ ਉਹਨਾਂ ਨੂੰ ਤਾਂ ਚਲੋ ਤੁਸੀਂ ਫੜ ਕੇ ਅੰਦਰ ਦੇ ਦਿਓਗੇ, ਪਰ ਜਿਹੜੇ ਨਸ਼ਾ ਵੇਚ ਰਹੇ ਨੇ ਤੇ ਉਹ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਪੁਨਰਵਾਸ ਲਈ ਵੀ ਕੁਝ ਕਰਨਗੇ? ਤਾਂ ਉਹਨਾਂ ਨੇ ਕਹਿੰਦਾ ਵੀ ਜਿਹੜਾ ਛੱਡਣਾ ਸੀ ਉਹ ਛੱਡ ਸਕਦੇ ਨੇ। ਤਾਂ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਵੀ ਉਹ ਇੱਕ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਹੜਾ ਕਿ ਨਸ਼ਾ ਉੱਥੇ ਦੇ ਪਿੰਡ ਦੇ ਲੋਕੀ ਛੱਡਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪੁਲਿਸ ਨਹੀਂ ਛੱਡਣ ਦੇ ਰਹੀ। ਤਾਂ ਫਿਰ ਉਹ ਮਾਮਲਾ ਅੱਗੇ ਚੱਲ ਕੇ ਜਿਹੜਾ ਕਾਫੀ ਸੁਰਖੀਆਂ 'ਚ ਰਿਹਾ, ਇਨਕੁਆਇਰੀ ਵੀ ਉਹਦੀ ਹੋਈ, ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ, ਲੇਕਿਨ ਉਹ ਮਾਮਲਾ ਦਬਕੇ ਰਹਿ ਗਿਆ ਬਾਅਦ ਵਿੱਚ। ਤਾਂ ਉਹ ਜਦੋਂ ਅਜਿਹੇ ਮਾਮਲੇ ਵੀ ਨਾਲ ਜਿਹੜੀਆਂ ਉਹ ਚੱਕਣੇ ਚਾਹੀਦੇ ਨੇ ਕਿ ਬਹੁਤ ਸਾਰੇ ਪਿੰਡ ਅਜਿਹੇ ਨੇ ਜਿਹਦੇ ਵਿੱਚ ਨਸ਼ਾ ਜਿਹੜਾ ਉਹ ਮਤਲਬ ਨਸ਼ਿਆਂ ਦੇ ਵਿੱਚ ਕਰਕੇ ਪਿੰਡ ਹੀ ਬਦਨਾਮ ਹੈ। ਇੱਕ ਇਹਦਾ ਰੋਟੀ ਛੰਨਾ ਹੋ ਗਿਆ, ਇੱਕ ਇਹਦੇ ਨਾਲ ਪੈਂਦਾ ਸਮਾਣੇ ਦੇ ਨਾਲ ਪਿੰਡ ਪੈਂਦਾ ਹੈਗਾ ਮੁਰਾਦਪੁਰ,
ਉੱਥੇ ਤਾਂ ਪੁਲਿਸ ਨੇ ਨਾਕਾ ਹੀ ਲਾਤਾ ਸੀ, ਉੱਥੇ ਪੁਲਿਸ ਨੇ ਪੱਕੀ ਚੌਕੀ ਬਣਾਤੀ ਸੀ। ਮੈਂ ਵੀ ਉੱਥੇ ਗਿਆ ਸੀਗਾ, ਉਦੋਂ DIG ਹੁੰਦੇ ਸੀ ਪਟਿਆਲੇ ਇੱਥੇ LK ਯਾਦਵ। ਤਾਂ ਮੈਂ ਉੱਥੇ ਜਾ ਕੇ ਪਿੰਡ 'ਚ ਗਿਆ ਸੀਗਾ ਉਹਨਾਂ ਦੇ, ਜਿਸ ਪਿੰਡ ਦੇ ਵਿੱਚ ਉਹ ਉਹਨਾਂ ਨੇ ਪੁਲਿਸ ਚੌਕੀ ਬਣਾਈ ਸੀਗੀ। ਤੇ ਉਹ ਪਿੰਡ ਦੇ ਵਿੱਚ ਚੌਕੀ ਬਣਾ ਕੇ ਉਹਨਾਂ ਨੇ ਘਰ ਦੀ ਪਹਿਲਾਂ ਤਲਾਸ਼ੀ ਲਈ। ਉਹ ਪਿੰਡ ਦੇ ਉਸ ਪਿੰਡ ਦੇ ਵੀ ਮਰੋਟੀ ਛੰਨਾ ਵਾਲੀ ਹਾਲ ਸੀਗਾ। ਉਸ ਪਿੰਡ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਘਰ, ਹਰੇਕ ਘਰ ਦਾ ਨਕਸ਼ਾ ਬਣਾਇਆ ਹੋਇਆ ਸੀ। ਹਰੇਕ ਘਰ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਇਸ ਪਿੰਡ ਦੇ ਵਿੱਚ ਇੰਨੇ ਬੰਦੇ ਜਿਹੜੇ ਨਸ਼ਾ ਵੇਚ ਰਹੇ ਨੇ, ਇਹਨਾਂ ਤੇ ਪਰਚੇ ਦਰਜ ਨੇ। ਪੱਕਾ ਨਾਕਾ ਲਾਤਾ, ਜਿਹੜੇ ਬੰਦੇ ਅੰਦਰ ਜਾਂਦੇ ਸੀ, ਜਿਹੜੇ ਬੰਦੇ ਅੰਦਰੋਂ ਬਾਹਰ ਨਿਕਲਦੇ ਸੀ, ਸਾਰਿਆਂ ਦੀ ਤਲਾਸ਼ੀ ਹੁੰਦੀ ਸੀ। ਪਹਿਲਾਂ ਪੂਰੇ ਪਿੰਡ ਦੀ ਤਲਾਸ਼ੀ ਲਈ ਗਈ ਵੀ ਕਿੰਨਾ ਨਸ਼ਾ ਅੰਦਰ ਹੈਗਾ ਜਾਂ ਨਹੀਂ ਹੈਗਾ। ਉਸ ਤੋਂ ਬਾਅਦ ਜਿਹੜਾ ਅੰਦਰ ਜਾਂਦਾ ਸੀ, ਜਿਹੜਾ ਬਾਹਰ ਨਿਕਲਦਾ ਸੀ, ਉਹਨਾਂ ਦੀ ਤਲਾਸ਼ੀ ਲੈ ਕੇ ਉਹਨਾਂ ਨੂੰ ਅੰਦਰ ਵੜਨ ਦਿੰਦੇ ਸੀ। ਇੱਥੋਂ ਤੱਕ ਹਾਲਾਤ ਆ ਗਏ ਸੀਗੇ। ਤੇ ਪੁਲਿਸ ਉਹਨਾਂ ਨੂੰ ਨਾਲ ਲਿਜਾ ਕੇ, ਉੱਥੇ ਦੇ ਲੋਕੀ ਉੱਥੇ ਇੱਕ ਪੀਰ ਬਾਬੇ ਨੂੰ ਮੰਨਦੇ ਸੀਗੇ। ਮੇਰੇ ਕੋਲ ਉਹਦੀਆਂ ਫੋਟੋਆਂ ਵੀ ਹੈਗੀਆਂ, ਮੇਰੇ ਫੇਸਬੁੱਕ ਪੇਜ ਦੇ ਉੱਤੇ ਉਹ ਸਟੋਰੀ ਵੀ ਪਈ ਹੋਈ ਹੈ, ਜਿਹੜੀ ਮੈਂ ਦੈਨਿਕ ਭਾਸਕਰ ਦੇ ਵਿੱਚ ਸਟੇਟ ਕੋਰਸਪੋਂਡੈਂਟ ਹੁੰਦਾ ਸੀ ਜਦੋਂ ਮੈਂ ਉਦੋਂ ਕੀਤੀ ਸੀ ਕਵਰੇਜ। ਤਾਂ ਉਦੋਂ ਉਹ ਸਟੋਰੀ ਦੇ ਵਿੱਚ ਉਹ ਫੋਟੋ ਵੀ ਹੈਗੀ ਹੈ ਜਿਹਦੇ 'ਚ ਉਹ ਪੀਰ ਬਾਬੇ ਦੇ ਉੱਤੇ ਹੱਥ ਰੱਖ ਕੇ ਉਹ ਸਾਰੇ ਜਣੇ ਸਹੁੰ ਖਾ ਰਹੇ ਨੇ ਕਿ ਅੱਜ ਤੋਂ ਬਾਅਦ ਅਸੀਂ ਨਸ਼ਾ ਨਹੀਂ ਵੇਚਾਂਗੇ। ਮਤਲਬ ਇਸ ਲੈਵਲ ਦੇ ਉੱਤੇ ਜਿਹੜੀ ਆ ਉਹ ਨਸ਼ਾ ਪੰਜਾਬ ਦੇ ਵਿੱਚ ਅੰਦਰ ਘਰ ਚੁੱਕਿਆ ਸੀਗਾ। ਉਹ ਵੀ ਪਿੰਡ ਜਿਹੜਾ ਬਾਅਦ ਵਿੱਚ ਫਿਰ ਉਹ ਥੋੜ੍ਹਾ ਬਹੁਤ ਥੋੜ੍ਹਾ ਨਾਕੇ ਨੂਕੇ ਲੱਗੇ। ਉਸ ਤੋਂ ਬਾਅਦ ਜਿਹੜਾ ਉਹ ਉੱਥੋਂ ਚੌਕੀ ਚੱਕ ਲਈ ਗਈ। ਅਤੇ ਉਹ ਵੀ ਜਿਹੜਾ ਇੱਕ ਵੱਡੇ ਲੈਵਲ ਦੇ ਉੱਤੇ ਜਿਹੜਾ ਉਹ ਰੌਲਾ ਪਿਆ ਸੀਗਾ। ਪੁਲਿਸ ਨੇ ਕੁਛ ਥਾਵਾਂ ਦੇ ਉੱਤੇ ਬੜਾ ਵਧੀਆ ਕੰਮ ਕੀਤਾ ਹੈਗਾ। ਕੁਛ ਥਾਵਾਂ ਦੇ ਉੱਤੇ ਅਜਿਹੀਆਂ ਕਾਰਵਾਈਆਂ ਕੀਤੀਆਂ ਨੇ। ਜਦੋਂ ਕੋਈ ਸੁਹਿਰਦ ਅਫਸਰ ਆਉਂਦੇ ਨੇ ਤਾਂ ਉਦੋਂ ਅਜਿਹੀਆਂ ਕਾਰਵਾਈਆਂ ਹੁੰਦੀਆਂ ਨੇ। ਲੇਕਿਨ ਜਦੋਂ ਉਹ ਅਫਸਰ ਬਦਲ ਕੇ ਕਿਤੇ ਹੋਰ ਚਲੇ ਜਾਂਦੇ ਨੇ ਤਾਂ ਫਿਰ ਉਹੀ ਰੂਟੀਨ ਚੱਲ ਪੈਂਦੀ ਹੈ, ਫਿਰ ਉਹੀ ਸਾਰਾ ਕੁਝ ਚੱਲ ਪੈਂਦਾ। ਅਤੇ ਫਿਰ ਉਹੀ ਜਿਨ੍ਹਾਂ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਨੇ ਉਹਨਾਂ ਦੇ ਨਾਲ ਖਿਲਾਫ ਜਿਹੜੀਆਂ ਉਹ ਕੱਢੀ ਜਾਂਦੀ ਹੈ। ਫਿਰ ਉਹ ਗੱਲ ਤਾਂ ਹੈ ਹੀ ਹੈ ਨਾ ਵੀ ਕਾਲੀਆਂ ਭੇਡਾਂ ਦੇ ਵਿੱਚ ਹੈਗੀਆਂ ਨੇ, ਕਿਉਂਕਿ ਆਪਾਂ ਜੇਲ੍ਹਾਂ ਦੇ ਵਿੱਚ ਵੀ ਦੇਖਿਆ ਵੀ ਕਿੰਨੀ ਵਾਰੀ ਨੇ ਜਿਹੜੇ ਉੱਥੇ ਦੇ ਕਦੀ ਗਾਰਡ ਫੜਿਆ ਜਾਂਦਾ, ਕਦੀ ਸੁਪਰਡੈਂਟ ਦੇ ਉੱਤੇ ਇਹੋ ਜਿਹੇ ਚਾਰਜ ਲੱਗਦੇ ਨੇ ਵੀ ਉਹ ਨਸ਼ਾ ਅੰਦਰ ਜਿਹੜਾ ਸਪਲਾਈ ਹੈ ਉਹਨੂੰ ਨਹੀਂ ਰੋਕ ਪਾ ਰਹੇ, ਜਾਂ ਕਈ ਵਾਰੀ ਐਂ ਵੀ ਦਿਖਦਾ ਕਿ ਕੋਈ ਹੌਲਦਾਰ ਹੈ ਜਿਹੜਾ ਜਾਂ ਥਾਣੇਦਾਰ ਹੈ ਉਹ ਆਪ ਨਸ਼ਾ ਵੇਚਦਾ ਜਿਹੜਾ ਉਹ ਫੜਿਆ ਗਿਆ। ਸੋ ਇਹ ਮਾਮਲੇ ਤੋਂ ਚਲੋ ਜੀ ਆਪਾਂ ਅੱਗੇ ਵਧਦੇ ਹਾਂ ਥੋੜ੍ਹਾ, ਤੇ ਆ ਜਾਂਦੇ ਹਾਂ ਬਿਜਲੀ ਸੰਕਟ ਦੇ ਵੱਲ। ਪੰਜਾਬ ਦੇ ਵਿੱਚ ਬਿਜਲੀ ਸੰਕਟ ਜੀ ਉਹ ਗਹਿਰਾਂਦਾ ਜਾ ਰਿਹਾ ਲਗਾਤਾਰ। ਪੰਜਾਬ ਦੇ ਵਿੱਚ ਇਸ ਟਾਈਮ ਮੰਨੀਏ ਤਾਂ 400 ਜਿਹੜਾ ਮੈਗਾਵਾਟ ਹੈ ਉਹਦੀ ਇਹ ਘਾਟ ਜਿਹੜੀ ਇਸ ਟਾਈਮ ਤੇ ਚੱਲ ਰਹੀ ਹੈ। ਬਿਜਲੀ ਵਿਭਾਗ ਦੇ ਅੰਕੜਿਆਂ ਦੀ ਗੱਲ ਕਰ ਲਈਏ ਜੀ, ਕੱਲ੍ਹ ਦੀ ਨਹੀਂ ਪਰਸੋਂ ਦੀ ਸ਼ਨੀਵਾਰ ਦੀ ਗੱਲ ਹੈ। ਉਹ ਕਹਿੰਦੇ ਜੀ 7034 ਜਿਹੜੀ ਸਾਨੂੰ ਮੈਗਾਵਾਟ ਬਿਜਲੀ ਚਾਹੀਦੀ ਸੀਗੀ ਤੇ ਸਾਡੇ ਕੋਲ 6634 ਮੈਗਾਵਾਟ ਜਿਹੜੀ ਬਿਜਲੀ ਉਹੀ ਸਿਰਫ ਬਣ ਸਕੀ ਹੈ। ਤੇ ਕਹਿੰਦੇ ਜਿਹੜਾ ਵਿਚਲਾ 400 ਮੈਗਾਵਾਟ ਜਿਹੜਾ ਵਿਚਲਾ ਰਹਿ ਗਿਆ, ਕਹਿੰਦੇ ਉਹਦੀ ਭਰਪਾਈ ਲਈ ਫਿਰ ਉਹ ਕਿਤੇ ਅਨਾਊਂਸ ਤੇ ਕਿਤੇ ਅਨਅਨਾਊਂਸ ਜਿਹੜੇ ਉਹ ਕੱਟ ਲਾਏ ਜਾ ਰਹੇ ਨੇ। ਚੰਡੀਗੜ੍ਹ, ਮੋਹਾਲੀ, ਪਟਿਆਲਾ ਵੀ ਲੱਗੇ ਆ ਕੱਟ, ਲੁਧਿਆਣਾ, ਅੰਮ੍ਰਿਤਸਰ, ਹਰ ਇੱਕ ਥਾਂ ਤੇ ਥੋੜ੍ਹੇ ਕੱਟ ਨੇ ਜਿਹੜੇ ਉਹ ਲਾਏ ਜਾ ਰਹੇ ਨੇ। ਤੇ ਇਹ ਜਿਹੜੇ ਆ ਹੁਣ ਖਪਤ ਦੇ ਵਿੱਚ ਜਿਹੜੀ ਇੱਕੋਦਮ ਵਾਧਾ ਆਇਆ, ਕਹਿੰਦੇ ਇਹਦਾ ਕਾਰਨ ਇਹ ਹੈ ਵੀ 20 ਦਿਨ ਪਹਿਲਾਂ ਹੀ ਹੈ ਜਿਹੜੀ ਉਹ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਉਹਦੇ ਕਾਰਨ AC ਪੱਖੇ ਕਹਿੰਦੇ ਜ਼ਿਆਦਾ ਚੱਲਣ ਲੱਗ ਗਏ। ਤੇ ਇਸ ਵਾਰ ਜੇ ਮੌਸਮ ਵਿਭਾਗ ਦਾ ਦੇਖੀਏ, ਉਹਨਾਂ ਨੇ ਵੀ ਇਹੀ ਕਿਹਾ ਵੀ ਇਸ ਵਾਰ ਦੀ ਜਿਹੜੀ ਗਰਮੀ ਆ ਉਹ ਵਧੇਗੀ, ਕਹਿੰਦੇ 50 ਡਿਗਰੀ ਤੱਕ ਦਾ ਟੈਂਪਰੇਚਰ ਜਾਣਾ। ਸੋ ਇਹ ਅਗਲੇ ਹਾਲਾਤ ਕਿੱਥੇ ਜਾਂਦੇ ਨੇ, ਕਿਉਂਕਿ ਵਿਰੋਧੀਆਂ ਨੇ ਤਾਂ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਜਿਹੜਾ 600 ਯੂਨਿਟ ਦਾ ਜਾਂ 300 ਯੂਨਿਟ ਪਰ ਮਹੀਨੇ ਦਾ ਉਹ ਵਾਅਦਾ ਤੁਸੀਂ ਕੀਤਾ ਉਹ ਪੂਰਾ ਕਰੋ। ਤੇ ਇਹ ਫਿਰ ਅੱਗੇ ਹੁਣ ਮਾਨ ਸਰਕਾਰ ਲਈ ਇਸ ਲਈ ਜਿਹੜੀਆਂ ਪ੍ਰੋਬਲਮਸ ਨੇ ਉਹ ਵਧੀਆਂ ਜਾ ਰਹੀਆਂ ਨੇ, ਕਿਵੇਂ ਟੈਕਲ ਕਰਨਗੇ? ਦੇਖੋ ਬਨੀ, ਇਹਦੇ 'ਚ ਤੁਸੀਂ ਕੱਟ ਦੀ ਗੱਲ ਕੀਤੀ ਹੈ ਤਾਂ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਜਦੋਂ ਆਪਾਂ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ ਤੇ ਇਸ ਪ੍ਰੋਗਰਾਮ ਨੂੰ ਕਰਨ ਤੋਂ 5 ਮਿੰਟ ਪਹਿਲਾਂ ਹੀ ਕੱਟ ਲੱਗਿਆ। ਇੱਥੇ ਆਪਾਂ ਜਿਸ ਪ੍ਰੋਗਰਾਮ ਕਰ ਰਹੇ ਹਾਂ 5 ਮਿੰਟ ਪਹਿਲਾਂ ਹੀ ਬਿਜਲੀ ਦਾ ਕੱਟ ਲੱਗਾ। ਆਪਾਂ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਕੱਟ ਲੱਗ ਰਹੇ ਨੇ। ਤਾਂ ਹੁਣ ਵੀ ਅਸੀਂ ਜਿਹੜਾ ਜੋ ਕੁਝ ਪ੍ਰੋਗਰਾਮ ਚੱਲ ਰਿਹਾ ਉਹ ਇਨਵਰਟਰ ਦੇ ਉੱਤੇ ਸਾਰਾ ਕੁਝ ਚੱਲ ਰਿਹਾ ਹੈਗਾ। ਤਾਂ ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਬਿਜਲੀ ਦੇ ਕੱਟ ਨੇ ਉਹ ਲੱਗਣੇ ਸ਼ੁਰੂ ਹੋ ਗਏ ਨੇ, ਭਾਵੇਂ ਕਿ ਕੁਛ ਵੀ ਮਰਜ਼ੀ ਲਗਾਈਏ। ਪਰ ਪਿਛਲੇ ਸਮੇਂ ਦੇ ਦੌਰਾਨ ਜਦੋਂ ਬਿਜਲੀ ਮਹਿੰਗੀ ਵਿਕ ਰਹੀ ਸੀ, ਯਾਦ ਕਰੋ ਵੀ ਇੱਕ ਬਿਜਲੀ ਨੂੰ ਲੈ ਕੇ ਇੱਕ ਬੜਾ ਵੱਡਾ ਉਹ ਚੱਲ ਰਿਹਾ ਸੀਗਾ, ਰੌਲਾ ਚੱਲ ਰਿਹਾ ਸੀਗਾ ਵੀ ਬਿਜਲੀ ਦੇ ਸਮਝੌਤੇ ਰੱਦ ਕਰੋ ਜੀ, ਇਹ ਕਰੋ ਵੀ। ਅਤੇ ਆਮ ਆਦਮੀ ਪਾਰਟੀ ਜਿਹੜੀ ਸੀ ਉਹ ਬਿਜਲੀ ਅੰਦੋਲਨ ਜਿਹੜਾ ਸੀ ਉਹਨਾਂ ਨੇ ਛੇੜਨ ਵਾਲੀ ਪਹਿਲੀ ਪਾਰਟੀ ਸੀਗੀ ਜਿਨ੍ਹਾਂ ਨੇ ਬਿਜਲੀ ਅੰਦੋਲਨ ਛੇੜਿਆ ਸੀਗਾ। ਬਿਜਲੀ ਨੂੰ ਲੈ ਕੇ ਸਭ ਤੋਂ ਵੱਧ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਸੀਗੀ। ਅਤੇ ਉਹਨਾਂ ਦਾ ਕਹਿਣਾ ਸੀਗਾ ਵੀ ਜੇ ਦਿੱਲੀ 'ਚ ਰੇਟ ਸਸਤੇ ਹੋ ਸਕਦੇ ਨੇ ਤਾਂ ਇੱਥੇ ਕਿਉਂ ਨਹੀਂ। ਆਮ ਆਦਮੀ ਪਾਰਟੀ ਨੇ ਹੀ ਬਿਜਲੀ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਇੱਕ ਥਾਂ ਬਣਾਈ ਸੀ ਵੀ ਇਹ ਸੋਚਦੇ ਸੀ ਵੀ ਬਿਜਲੀ ਦੇ ਮਸਲੇ ਨੂੰ ਹੱਲ ਇਹੀ ਕਰਨਗੇ, ਇਹੀ ਸਸਤੀ ਬਿਜਲੀ ਦੇਣਗੇ ਅਤੇ ਇਹੀ ਨਿਰਵਿਘਨ ਬਿਜਲੀ ਦੇਣਗੇ। ਪਰ ਸਸਤੀ ਬਿਜਲੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੇਂਦਰ ਸਰਕਾਰ ਨੇ, ਜਿਹੜੀ ਮੋਦੀ ਸਰਕਾਰ ਨੇ, ਗਲ ਗੁੱਠਾ ਦੇਤਾ ਵੀ ਤੁਸੀਂ ਸਸਤੀ ਬਿਜਲੀ ਦੇ ਕੇ ਦਿਖਾਓ, ਤੁਸੀਂ ਪ੍ਰੀਪੇਡ ਮੀਟਰ ਲਗਾਓ। ਹੁਣ ਅੱਜ ਤੁਸੀਂ ਕਿਸਾਨਾਂ ਦੀ ਗੱਲ ਪੜ੍ਹੋ ਤਾਂ ਤੁਸੀਂ ਕਿਸਾਨਾਂ ਨੇ ਕਹਿਤਾ ਵੀ ਖਬਰਦਾਰ ਜੇ ਪ੍ਰੀਪੇਡ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਅਸੀਂ ਵੀ ਤਿਆਰ ਬੈਠੇ ਹਾਂ। ਜਿਹੜੇ ਸਮਾਰਟ ਮੀਟਰ ਵੀ ਲਾਉਣ ਤੇ ਲਾਏ ਨੇ ਉਹਨਾਂ ਨੇ ਤੇ ਉਹ ਵੀ ਪੱਟਤੇ ਨੇ, ਉਹਨਾਂ ਨੇ ਉਹ ਵੀ ਪੱਟਣੇ ਸ਼ੁਰੂ ਕਰ ਦਿੱਤੇ ਨੇ। ਸੋ
ਬਿਜਲੀ ਨੂੰ ਲੈ ਕੇ ਬੜਾ ਵੱਡਾ, ਬਿਜਲੀ ਨੂੰ ਲੈ ਕੇ ਹੀ ਇਹ ਕਿ ਇਹਨਾਂ ਨੇ ਸਰਕਾਰ ਬਦਲੀ ਆਮ ਆਦਮੀ ਪਾਰਟੀ ਤਾਂ ਬਿਜਲੀ ਨੂੰ ਲੈ ਕੇ ਹੀ ਇਹ ਹੁਣ ਆਪ ਵੀ ਕਰਨ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਕੇਂਦਰ ਸਰਕਾਰ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਸਰਕਾਰ ਚਲਾਉਣ ਨਹੀਂ ਦੇਵੇਗੀ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ 2 ਸਟੇਟਾਂ ਦੇ ਵਿੱਚ ਆਪਣੀਆਂ ਸਰਕਾਰਾਂ ਬਣਾਉਣ ਤੋਂ ਬਾਅਦ ਅੱਜ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਲੈ ਕੇ ਗੁਜਰਾਤ 'ਚ ਬੈਠੇ ਸੀਗੇ। ਉਹ ਤੀਜੀ ਵਾਰ, ਉਹ ਤਾਂ ਗੁਜਰਾਤ ਉਹ ਜਗ੍ਹਾ ਜਿੱਥੇ ਨਰਿੰਦਰ ਮੋਦੀ ਦਾ ਗੜ੍ਹ ਹੈ ਤੇ ਨਰਿੰਦਰ ਮੋਦੀ ਨੂੰ ਇਹ ਪਤਾ ਸੀਗਾ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਮੈਨੂੰ ਇਹ ਘੇਰਨਾ ਆ ਕੇ, ਤੇ ਉਸ ਤੋਂ ਪਹਿਲਾਂ ਕਿ ਕਿਉਂ ਨਾ ਆਪਾਂ ਇਸ ਨੂੰ ਦੱਬ ਲਿਆ ਜਾਵੇ, ਕਿ ਇਹਨਾਂ ਨੂੰ ਉਦਾਹਰਨ ਪੇਸ਼ ਹੀ ਨਾ ਕਰਨ ਦਿੱਤੀ ਜਾਵੇ ਵੀ ਦੇਖੋ ਜੀ ਅਸੀਂ ਪੰਜਾਬ ਵੀ ਕਿੰਨਾ ਵਧੀਆ ਚਲਾ ਲਿਆ। ਹੁਣ ਤੁਸੀਂ ਦੇਖੋ ਇੱਕ ਚੀਜ਼ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਉੱਥੇ ਕੀ ਕਹੀ ਹੈਗੀ ਆ ਕਿ 10 ਦਿਨਾਂ ਦੇ ਵਿੱਚ ਅਸੀਂ ਜਿਹੜਾ ਉੱਥੇ ਪੰਜਾਬ ਦੇ ਵਿੱਚ ਕਰਪਸ਼ਨ ਬੰਦ ਕਰਤੀ ਹੈ, ਜਦ ਕਿ ਅਗਰ ਸੁਖਪਾਲ ਖਹਿਰਾ ਆਉਣੀ ਤੇ ਬਾਕੀ ਜਿਹੜੇ ਰੌਲਾ ਪੈ ਰਹੇ ਨੇ ਉਹ ਕਹਿੰਦੇ ਜਿਹੜੀਆਂ 1.5 ਲੱਖ ਸ਼ਿਕਾਇਤਾਂ ਆਈਆਂ ਨੇ ਉਹਦੇ ਚੋਂ ਕਿੰਨੀਆਂ ਸ਼ਿਕਾਇਤਾਂ ਦੇ ਉੱਤੇ ਤੁਸੀਂ ਕੰਮ ਕਰਤਾ ਤੇ ਕੀ ਕੀਤਾ, 3 ਸ਼ਿਕਾਇਤਾਂ ਦੇ ਉੱਤੇ ਤੁਸੀਂ ਐਕਸ਼ਨ ਹੋਈ ਹੈ। ਸੋ ਦੇਖਿਆ ਜਾਵੇ ਤਾਂ ਇਹ ਜਿਹੜਾ ਇੱਕ ਉਦਾਹਰਨ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ ਸੀ ਉਹਨਾਂ ਨੇ ਕਿ ਅਸੀਂ ਦੇਖੋ ਜੀ ਪੰਜਾਬ ਦੇ ਵਿੱਚ ਸਾਡੀ ਹੁਣੀ ਸਰਕਾਰ ਬਣੀ ਹੈ ਤੇ ਅਸੀਂ ਹੁਣੀ ਜਿਹੜਾ ਅਸੀਂ ਆਹ ਕੰਮ ਕਰਤਾ, ਪਰ ਇਸ ਤੋਂ ਪਹਿਲਾਂ ਕਿ ਉਹ ਉਦਾਹਰਨ ਪੇਸ਼ ਕਰਨ ਜੋਗੇ ਹੁੰਦੇ ਇਹਨਾਂ ਨੇ ਉੱਥੇ ਜਿਹੜਾ ਇਹਨਾਂ ਨੂੰ ਜਿਹੜਾ ਰਾਜਨੀਤਿਕ ਘੰਡੀ ਨੱਪ ਲਈ ਇਹਨਾਂ ਦੀ ਕਿ ਤੁਸੀਂ ਉਹਨਾਂ ਨੇ ਪ੍ਰੀਪੇਡ ਮੀਟਰਾਂ ਵਾਲਾ ਰੌਲਾ ਪਾਤਾ, ਉਹਨਾਂ ਨੇ ਕੋਲੇ ਨੂੰ ਲੈ ਕੇ ਰੌਲਾ ਪਾਤਾ ਵੀ ਕੋਲਾ ਜਿਹੜਾ ਤੁਹਾਨੂੰ ਵੰਡ ਜਿਹੜੀ ਆ ਅਨੁਸਾਰ ਜਿਹੜੀ ਆ ਉਹ ਮੰਗ ਦੇ ਅਨੁਸਾਰ ਨਹੀਂ ਵੰਡ ਦੇ ਅਨੁਸਾਰ ਦਿੱਤਾ ਜਾਵੇਗਾ। ਜੇ ਕੋਲਾ ਨਹੀਂ ਬਣੂਗਾ ਤਾਂ ਬਿਜਲੀ ਨਹੀਂ ਬਣੂਗੀ, ਜੇ ਬਿਜਲੀ ਨਹੀਂ ਬਣੂਗੀ ਤਾਂ ਫਿਰ ਕਹਿੰਦੇ ਜੀ ਤੁਸੀਂ ਜੇ ਕੋਲਾ ਨਹੀਂ ਹੈਗਾ ਤਾਂ ਤੁਸੀਂ ਵਿਦੇਸ਼ 'ਚੋਂ ਕੋਲਾ ਖਰੀਦੋ, ਤੇ ਜੇ ਵਿਦੇਸ਼ 'ਚੋਂ ਕੋਲਾ ਖਰੀਦਦੇ ਨੇ ਤਾਂ ਉਹ ਮਹਿੰਗਾ ਪੈਂਦਾ ਤਾਂ ਸਸਤੀ ਬਿਜਲੀ ਦੇ ਨਹੀਂ ਸਕਦੇ, ਸਸਤੀ ਕੀ ਹੈ ਤਾਂ ਫ੍ਰੀ ਵੀ ਨਹੀਂ ਦੇ ਸਕਦੇ। ਤੇ ਪਿਛਲੇ ਸਾਲ ਅਗਰ ਦੇਖਿਆ ਜਾਵੇ ਤਾਂ 20 ਰੁਪਏ ਪਰ ਯੂਨਿਟ ਦੇ ਮੁਤਾਬਕ ਜਿਹੜੀ ਆ ਉਹ ਬਿਜਲੀ ਜਿਹੜੀ ਆ ਉਹ ਵਿਕੀ ਹੈਗੀ ਆ। ਸੋ ਕੁੱਲ ਮਿਲਾ ਕੇ ਇੱਕ ਬਿਜਲੀ ਨੂੰ ਲੈ ਕੇ ਇੱਕ ਵੱਡਾ ਸੰਕਟ ਖੜਾ ਹੋ ਰਿਹਾ, ਕੱਟ ਲੱਗਣੇ ਸ਼ੁਰੂ ਹੋ ਗਏ ਨੇ। ਲੋਕਾਂ ਨਾਲ 300 ਯੂਨਿਟ ਬਿਜਲੀ ਦਾ ਜਿਹੜਾ ਮੁਫਤ ਦਾ ਵਾਅਦਾ ਵੀ ਪੂਰਾ ਕਰਨਾ ਹੈਗਾ, ਪ੍ਰੀਪੇਡ ਮੀਟਰਾਂ ਵਾਲੇ ਮਸਲੇ ਨੂੰ ਵੀ ਹੱਲ ਕਰਨਾ ਹੈਗਾ, ਤੇ ਕਿਸਾਨਾਂ ਨਾਲ ਵੀ ਨਜਿੱਠਣਾ ਹੈਗਾ, ਤੇ ਜਿਹੜਾ ਕੋਲੇ ਵਾਲਾ ਮਸਲਾ ਵੀ ਹੱਲ ਕਰਨਾ ਹੈਗਾ। ਇੱਕ ਵੱਡਾ ਸੰਕਟ ਜਿਹੜਾ ਆਉਣ ਵਾਲਾ ਤੇ ਵੇਖਣਾ ਇਹ ਹੋ ਗਿਆ ਕਿ ਇਸ ਸੰਕਟ ਤੋਂ ਜਿਹੜੀ ਆ ਉਹ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਕਿਸ ਤਰ੍ਹਾਂ ਉੱਭਰ ਕੇ ਸਾਹਮਣੇ ਆਉਂਦੀ ਹੈ, ਕਿਉਂਕਿ ਜੇਕਰ ਵਾਅਦੇ ਪੂਰੇ ਨਾ ਕੀਤੇ ਤੇ ਲੋਕਾਂ ਦੇ ਵਿੱਚ ਮਨਾਂ 'ਚ ਵਿਸ਼ਵਾਸ ਟੁੱਟਦਾ, ਵਿਰੋਧੀ ਪਾਰਟੀਆਂ ਹਾਵੀ ਹੁੰਦੀਆਂ ਨੇ, ਤੇ ਜੇਕਰ ਵਾਅਦੇ ਪੂਰੇ ਕਰਦੀ ਹੈ ਤਾਂ ਫਿਰ ਉਹ ਜਿਹੜੀ ਆ ਉਹ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਕਿਉਂਕਿ 3 ਲੱਖ ਕਰੋੜ ਰੁਪਏ ਦੇ ਪਹਿਲਾਂ ਹੀ ਕਰਜ਼ਾਈ ਬੈਠਾ ਪੰਜਾਬ, ਤੇ ਜੇਕਰ ਵਾਅਦੇ ਪੂਰੇ ਕਰਨੇ ਨੇ ਤਾਂ ਉਹਦੇ ਲਈ ਜਿਹੜੀ ਆ ਉਹ ਕੇਂਦਰ ਸਰਕਾਰ ਜਿਹੜੀ ਉਹ ਅੱਡ ਜਿਹੜੇ ਅੜਿੱਕੇ ਅੜਾਈ ਜਾ ਰਹੀ ਹੈ। ਸੋ ਬਹੁਤ ਵੱਡੇ ਘੇਰੇ ਦੇ ਵਿੱਚ ਲਿਆ ਗਿਆ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਪਰ ਮੈਨੂੰ ਇਹਨਾਂ ਯਕੀਨ ਹੈ ਕਿ ਜਿਸ ਤਰ੍ਹਾਂ ਹੁਣ ਤੱਕ ਇਹਨਾਂ ਨੂੰ ਘੇਰੇ 'ਚ ਲੈਂਦੇ ਚਲੇ ਗਏ ਤੇ ਹਰ ਘੇਰੇ ਨੂੰ ਤੋੜ ਕੇ ਹਰ ਚੱਕਰ ਵੀ ਨੂੰ ਤੋੜ ਕੇ ਅੱਗੇ ਲੰਘਦੇ ਚਲੇ ਗਏ ਨੇ ਆਮ ਆਦਮੀ ਪਾਰਟੀ ਦੇ ਸੱਤਾ ਦੇ ਕਾਬਜ਼ ਹੋਏ ਨੇ, ਮੈਨੂੰ ਇਹ ਵੀ ਯਕੀਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਘੇਰੇ ਨੂੰ ਤੋੜ ਕੇ ਵੀ ਅੱਗੇ ਲੰਘੇਗੀ ਔਰ ਹਰ ਹਾਲਤ ਦੇ ਵਿੱਚ ਪਬਲਿਕ ਤੱਕ ਉਹ ਸਹੂਲਤਾਂ ਪਹੁੰਚਾਏਗੀ। ਜੀ, ਉਹ ਤੁਸੀਂ ਆਪਾਂ ਗੱਲ ਕਰ ਰਹੇ ਸੀ ਕਿ 20 ਰੁਪਏ ਜਿਹੜੇ ਯੂਨਿਟ ਆ ਉਹ ਬਿਜਲੀ ਵੀ ਮਿਲੀ ਹੈ, ਉਹ ਇਸ ਵਾਰ ਦੇ ਸ਼ਾਇਦ ਉਹ ਚਾਂਸਸ ਨਾ ਹੋਣ ਕਿਉਂਕਿ ਰੈਗੂਲੇਟਰੀ ਕਮੇਟੀ ਹੈ ਇੱਕ ਸੈਂਟਰ ਵੱਲੋਂ ਬਣੀ ਹੋਈ, ਉਹਨਾਂ ਨੇ ਹੁਣੇ ਮਤਲਬ ਪੱਕਾ ਕਰਤਾ ਕਿ ਜਿਹੜੀ ਓਪਨ ਮਾਰਕੀਟ ਆ, ਜੋ ਉੱਥੋਂ ਬਿਜਲੀ ਕੋਈ ਵੀ ਸਟੇਟ ਆ ਜਿਹੜੀ ਖਰੀਦਦਾ ਤਾਂ ਉਹਨੂੰ 12 ਰੁਪਏ ਯੂਨਿਟ ਤੋਂ ਜ਼ਿਆਦਾ ਜਿਹੜੀ ਆ ਓਪਨ ਮਾਰਕੀਟ ਨਹੀਂ ਵੇਚ ਸਕਦੀਆਂ ਪ੍ਰਾਈਵੇਟ ਕੰਪਨੀਆਂ। ਇਹ ਇੱਕ ਚਲੋ ਵਧੀਆ ਕਦਮ ਹੈ ਕਿ ਜਿਹੜਾ ਉਹ ਇੰਨੀ ਗੁੰਡਾਗਰਦੀ ਚੱਲ ਗਈ ਸੀਗੀ ਕਿ ਹੁਣ ਇਸ ਵਾਰ ਤਾਂ ਪਿਛਲੀ ਵਾਰ ਨਾਲੋਂ ਜ਼ਿਆਦਾ ਡਿਮਾਂਡ ਤਾਂ ਹੋ ਸਕਦਾ 20 ਤੋਂ ਵੀ 24 ਪਹੁੰਚ ਜਾਂਦਾ ਜਾਂ 30 ਪਹੁੰਚ ਜਾਂਦਾ, ਤੇ ਉਹ ਜਿਹੜਾ ਸੰਕਟ ਹੈ ਜਿਹੜਾ ਵਿੱਤੀ ਉਹ ਫਿਰ ਸਟੇਟਾਂ ਦੇ ਉੱਪਰ ਹੀ ਪੈਣਾ ਤੇ ਅਲਟੀਮੇਟਲੀ ਸੈਂਟਰ ਤੇ ਪੈਣਾ, ਤੇ ਇਹਦੇ ਉੱਤੇ ਤਾਂ ਖੈਰ ਜਿਹੜਾ ਥੋੜੀ ਠੱਲ ਇਹਨਾਂ ਨੇ ਪਾਈ ਹੈ। ਇਹਦੇ ਨਾਲ ਹੀ ਜਿਹੜਾ ਪੰਜਾਬ ਦੇ ਥਰਮਲ ਪਲਾਂਟਾਂ ਦੀ ਗੱਲ ਕਰ ਲਈ, ਉੱਥੇ ਕਹਿੰਦੇ ਜੀ 74.6 ਮੈਟ੍ਰਿਕ ਟਨ ਆ ਜਿਹੜਾ ਕੋਲਾ ਉਹ ਹਰ ਜਿਹੜਾ ਦਿਨ ਆ ਉਹ ਕਹਿੰਦੇ ਚਾਹੀਦਾ ਜੀ, ਤੇ ਇਹਦੇ ਨਾਲੋਂ ਜਿਹੜਾ ਅੱਧਾ ਕੋਲਾ ਹੀ ਕਹਿੰਦਾ ਥਰਮਲ ਪਲਾਂਟਾਂ ਨੂੰ ਮਿਲ ਪਾ ਰਿਹਾ, ਤੇ ਸੈਂਟਰ ਨੇ ਵੀ ਮਨਾ ਕਰਤਾ ਵੀ ਅਸੀਂ ਹੁਣ ਕੋਲਾ ਦੇਣਾ ਨਹੀਂ, ਤੁਸੀਂ ਜੇ ਬਾਹਰੋਂ ਲੈਣਾ ਚਾਹੋ ਤਾਂ ਲੈ ਸਕਦੇ ਹੋ। ਤੇ ਦੂਜੇ ਪਾਸੇ ਡਾਕਟਰ ਚਰਨਜੀਤ ਸਿੰਘ ਨੇ ਚਮਕੌਰ ਸਾਹਿਬ ਤੋਂ ਜਿਹੜੇ ਉਹ MLA ਨੇ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਚੰਨੀ, ਉਹਨਾਂ ਨੂੰ ਹਰਾਇਆ ਇਹਨਾਂ ਨੇ, ਤੇ ਇਹ ਕਹਿੰਦੇ ਨੇ ਜੀ ਜਿਹੜੇ ਹੋ ਸਕਦਾ ਕਹਿੰਦੇ ਅਪ੍ਰੈਲ ਤੋਂ ਹੀ ਅਸੀਂ ਸ਼ੁਰੂ ਕਰ ਦਈਏ ਜਿਹੜੇ 300 ਯੂਨਿਟ ਅਸੀਂ ਫ੍ਰੀ ਬਿਜਲੀ ਦੇਣੀ ਹੈ, ਤੇ ਉਹ ਨਾਲ ਕਹਿੰਦੇ ਅਸੀਂ 600 ਯੂਨਿਟ ਹੈ ਜਿਹੜੀ ਉਹ ਹਰ ਇੱਕ ਬਿੱਲ ਦੇ ਨਾਲ ਫ੍ਰੀ ਬਿਜਲੀ ਦੇਵਾਂਗੇ, ਤੇ ਹੋ ਸਕਦਾ ਕਹਿੰਦੇ ਅਪ੍ਰੈਲ ਤੋਂ ਹੀ ਸ਼ੁਰੂ ਹੋ ਜੇ, ਐਵੇਂ ਦਿਖਦਾ ਕਿਉਂਕਿ ਹਜੇ ਤਾਂ ਬਹੁਤ ਜਲਦੀ ਹੈ, ਸਰਕਾਰ ਨੂੰ ਬਣੇ 1 ਮਹੀਨਾ ਵੀ ਨਹੀਂ ਹੋਇਆ। ਉਹਨਾਂ ਦੇ ਉੱਪਰ ਸਵਾਲ ਖੜੇ ਕਰਨਾ ਤਾਂ ਕਿਤੇ ਬੜੀ ਜਲਦਬਾਜ਼ੀ ਹੋਏਗੀ, ਪਰ ਇਹਨਾਂ ਦੇ ਉੱਤੇ ਅੱਖ ਰੱਖਣੀ ਤਾਂ ਕਿਤੇ ਜ਼ਰੂਰੀ ਹੈ, ਇਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਕਿ ਤੁਹਾਨੂੰ ਇਹ ਸਭ ਚੀਜ਼ਾਂ ਲਈ ਜਿਹੜਾ ਤੁਹਾਨੂੰ ਸਰਕਾਰ ਦੇ ਵਿੱਚ ਲਿਆਂਦਾ ਗਿਆ, ਤੇ ਇਹਦੇ ਨਾਲ ਐਫੀਸ਼ੀਐਂਸੀ ਵੀ ਵਧੇਗੀ, ਤੇ ਹੋ ਸਕਦਾ ਵੀ ਇਹਦੇ ਨਾਲ ਦਬਾਅ ਵੀ ਵਧੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਚੱਕਰਵਿਊਹ 'ਚ ਨਿਕਲਦੇ ਆ, ਹੋ ਸਕਦਾ ਹੈ ਚੱਕਰਵਿਊਹ 'ਚ ਨਿਕਲਣ, ਪਰ ਦੂਜੇ ਪਾਸੇ ਰਾਜਾ ਵੜਿੰਗ ਹੋਣੀ ਆ ਜਾਂਦੇ ਨੇ, ਉਹ ਕਹਿੰਦੇ ਵੀ ਇਹਨਾਂ ਨੇ ਇੰਨੇ ਸਾਰੇ ਵਾਅਦੇ ਕਰ ਲਏ ਜੀ, ਇਹਨਾਂ ਤੋਂ ਪੂਰੇ ਹੋਣੇ ਨਹੀਂ, ਤੇ ਕਹਿੰਦੇ ਕਾਂਗਰਸ ਦੀ ਸਰਕਾਰ ਆ ਜਿਹੜੀ ਉਹ ਵਧੀਆ ਹੁੰਦੀ ਸੀਗੀ। ਇਹ ਰਾਜਾ ਵੜਿੰਗ ਹੋਣੀ ਹੁਣ ਇੱਥੇ ਰਾਜਨੀਤੀ ਕਰ ਰਹੇ ਨੇ ਜਾਂ ਇਹਨਾਂ ਨੇ ਪ੍ਰਧਾਨ ਬਣਨ ਦੀ ਜਿਹੜੀ ਆ ਹੁਣ ਉਹ ਨਵਜੋਤ ਸਿੰਘ ਸਿੱਧੂ ਨਾਲ ਮੋਢੇ ਤੇ ਮੋਢਾ ਲਾ ਕੇ ਤੁਰਨ ਲੱਗ ਗਏ ਨੇ। ਦੇਖੋ ਰਾਜਾ ਵੜਿੰਗ ਹੋਏ ਹੁਣ, ਚਾਹੇ ਤੁਸੀਂ ਉਹ ਦੇਖੋ ਵੀ ਰਵਨੀਤ ਸਿੰਘ ਬਿੱਟੂ ਹੋਣ, ਇਹ ਤੇ ਇਸ ਟਾਈਮ ਚਾਹੇ ਤੁਸੀਂ ਉਹ ਲਾ ਕੇ ਚਲੋ ਨਵਜੋਤ ਸਿੰਘ ਸਿੱਧੂ ਹੋਣ, ਇਹ 3 ਬੰਦੇ ਜਿਹੜੇ ਨੇ ਪੂਰੀ ਤਰ੍ਹਾਂ ਐਕਟਿਵ ਹੋ ਕੇ ਜਿਹੜੇ ਆ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਗੇ ਵਧ ਰਹੇ ਨੇ, ਤੇ ਤਿੰਨੋਂ ਹੀ ਬੰਦੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜੇ ਉਹ ਦਾਅਵੇਦਾਰ ਮੰਨੇ ਜਾ ਰਹੇ ਨੇ।
ਤੇ ਪਰ ਜੇਕਰ ਉਹ ਕਹਿਣਗੇ ਵੀ ਬਿਜਲੀ ਦੇ ਸੰਕਟ ਨੂੰ ਲੈ ਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈਗਾ ਜਾਂ ਜੋ ਵੀ ਉਸ ਨੂੰ ਲੈ ਕੇ ਪ੍ਰਧਾਨਗੀਆਂ ਤਾਂ ਚਲੋ ਇਹਨਾਂ ਦੀਆਂ ਆਪਸੀ ਇਹਨਾਂ ਦਾ ਇੰਟਰਨਲ ਮਾਮਲਾ ਹੈਗਾ, ਪਰ ਜੇ ਆਪਾਂ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇੱਕ ਅਜਿਹਾ ਮਸਲਾ ਹੈ ਵੀ ਜਿਹਨੂੰ ਜੇਕਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਹੱਲ ਨਾ ਕੀਤਾ ਤਾਂ ਇਹਨਾਂ ਦੇ ਗਲ ਦਾ ਫਾਹਾ ਵੀ ਬਣ ਸਕਦਾ, ਇਹਨਾਂ ਦੇ ਰਾਜਨੀਤਿਕ ਗਲ ਦਾ ਫਾਹਾ ਬਣ ਜਾਏਗਾ। ਇਹਨਾਂ ਨੂੰ ਕਰਨਾ ਹੀ ਪੈਣਾ ਹੈਗਾ, ਤੇ ਕਿਉਂਕਿ ਕੱਲੀਆਂ ਇਹ ਚੋਣਾਂ ਹੁਣ ਤੁਸੀਂ ਇਹਨਾਂ ਗੁਜਰਾਤ ਦੇ ਉੱਤੇ ਵੀ ਤਾਂ ਅੱਖ ਟਿਕਾਈ ਹੋਈ ਹੈ। ਜੇਕਰ ਗੁਜਰਾਤ ਦੇ ਵਿੱਚ ਇਹਨਾਂ ਨੇ ਅੱਗੇ ਕੁਝ ਕਾਰਗੁਜ਼ਾਰੀ ਵਾਸਤੇ ਕੁਝ ਕਰਨਾ ਹੈਗਾ ਤਾਂ ਜੇ ਉੱਥੇ ਕੁਝ ਉੱਥੇ ਜਿਹੜੇ ਜੋ ਕੁਝ ਵੀ ਬੋਲਣਗੇ ਉਹਦਾ ਸਿੱਧਾ ਜਿਹੜਾ ਪੰਜਾਬ ਦੇ ਜਿਹੜੇ ਵਿਰੋਧੀ ਪਾਰਟੀਆਂ ਨੇ ਉਸੇ ਟਾਈਮ ਉਹਨਾਂ ਦੀ ਪੋਲ ਖੋਲ ਕੇ ਉੱਥੇ ਧਰ ਦੇਣੀ ਵੀ ਆਹ ਦੇਖੋ ਜੀ ਆਹ ਹਾਲਾਤ ਨੇ ਇੱਥੇ, ਇਹ ਝੂਠ ਬੋਲ ਰਹੇ ਨੇ। ਤਾਂ ਇਹਨਾਂ ਨੂੰ ਅਪ੍ਰੈਲ ਤੋਂ ਸ਼ਾਇਦ, ਕਿਉਂਕਿ ਗੁਜਰਾਤ ਦੇ ਚੋਣਾਂ ਆ ਰਹੀਆਂ ਨੇ, ਇਹਨਾਂ ਨੂੰ ਉਹ ਕਰਨਾ ਪੈਣਾ, ਚਾਹੇ ਇਹਨਾਂ ਨੂੰ ਕਿਸੇ ਪਾਸੋਂ, ਪਰ ਇਹ ਵੇਖਣਾ ਹੋਏਗਾ ਵੀ ਜੇ ਉਹ ਕਰਨਗੇ। ਹੁਣ ਦੂਜੇ ਪਾਸੇ ਇੱਕ ਹੋਰ ਵੀ ਚੀਜ਼ ਹੈ ਨਾ, ਤੁਸੀਂ ਇਹ ਵੀ ਦੇਖੋ ਵੀ ਉਹਨਾਂ ਦੇ ਉਧਰੋਂ ਕੇਂਦਰ ਸਰਕਾਰ ਲਗਾਤਾਰ ਪੈਟਰੋਲ ਦੇ ਰੇਟ ਵਧਾਈ ਜਾ ਰਹੀ ਹੈ। ਜੇ ਪੈਟਰੋਲ ਦੇ ਰੇਟ ਵਧਦੇ ਨੇ ਤਾਂ ਉਹਦਾ ਟਰਾਂਸਪੋਰਟੇਸ਼ਨ ਦੇ ਉੱਤੇ ਤੇ ਹੋਰਾਂ ਚੀਜ਼ਾਂ ਦੇ ਉੱਤੇ ਆਟੋਮੈਟਿਕਲੀ ਰੇਟ ਉਹਦਾ ਵਧੇਗਾ, ਤਾਂ ਉਹ ਰੇਟ ਵਧੇਗਾ ਤਾਂ ਉਹਦੇ ਨਾਲ ਵੀ ਚੀਜ਼ਾਂ ਦੇ ਉੱਤੇ ਫਰਕ ਪਏਗਾ, ਬਹੁਤੀਆਂ ਚੀਜ਼ਾਂ ਦੀ ਜਿਹੜੀ ਮਹਿੰਗਾਈ ਉਹ ਵਧੇਗੀ। ਉਧਰੋਂ ਮੁਲਾਜ਼ਮਾਂ ਨੇ ਜਿਹੜਾ ਉਹ ਗਲਗੁੱਠਾ ਦੇ ਰੱਖਿਆ ਕਿ ਸਾਨੂੰ ਜਿਹੜਾ ਪੱਕੇ ਕਰੋ ਜੀ, ਸਾਨੂੰ ਇਹ ਕਰੋ ਜੀ, ਸਾਨੂੰ ਉਹ ਕਰੋ, ਧਰਨਾ ਲਾਈ ਬੈਠੇ ਨੇ ਉਹ ਆਪਣਾ ਮੀਤ ਹੋਏ ਉਹਦੇ ਬਾਹਰ ਸਿੱਖਿਆ ਜਿਹੜੇ ਉਹ ਹੈਗੇ ਨੇ ETT ਅਧਿਆਪਕ ਨੇ। ਸੋ ਇਹ ਉਧਰੋਂ ਮੁਲਾਜ਼ਮਾਂ ਨੇ ਗਲਗੁੱਠਾ ਦੇ ਰੱਖਿਆ, ਉਧਰੋਂ ਇਹ ਜਿਹੜੇ ਇਹਨਾਂ ਦੇ ਬਿਜਲੀ ਵਾਲਾ ਸੰਕਟ ਵੱਖਰਾ ਹੋਇਆ ਪਿਆ, ਚੋਣਾਂ ਇਹਨਾਂ ਨੂੰ ਅੱਡ ਨਜ਼ਰ ਆਈ ਜਾ ਰਹੀਆਂ ਨੇ, ਕੰਮ ਸਰਕਾਰ ਕੇਂਦਰ ਸਰਕਾਰ ਕਰਨ ਨਹੀਂ ਦੇ ਰਹੀ। ਤਾਂ ਪਰ ਇਹਦੇ ਬਾਵਜੂਦ ਵੀ ਤੁਸੀਂ ਇਹ ਦੇਖੋ ਵੀ ਅਰਵਿੰਦ ਕੇਜਰੀਵਾਲ ਦੀ ਇੱਕ ਗੱਲ ਦੀ ਤਾਰੀਫ ਕਰਨੀ ਬਣਦੀ ਹੈ ਕਿ ਕੇਂਦਰ ਸਰਕਾਰ ਨੇ ਉਹਨਾਂ ਦੇ ਗਲ ਗੁੱਠਾ ਦੇ ਕੇ ਕੀ ਉਹਨਾਂ ਨੂੰ ਮਤਲਬ ਇਹ ਲਾ ਕੇ ਚਲੋ ਵੀ ਇੱਕਦਮ ਖਤਮ ਕਰਨ ਦੀ ਉਹ ਕੋਸ਼ਿਸ਼ ਕੀਤੀ, ਖਤਮ ਕਰ ਹੀ ਦਿੱਤਾ ਸਮਝ ਲਓ, ਕਿਉਂਕਿ ਉਹਨਾਂ ਤੋਂ ਸਰਕਾਰ ਹੀ ਖੋਲੀ, ਉਹਨਾਂ ਨੇ ਕਹਤਾ ਵੀ ਸਰਕਾਰ ਦਾ ਮਤਲਬ ਇੱਥੇ ਰਾਜਪਾਲ ਹੋਏਗਾ। ਤਾਂ ਉਹਦੇ ਬਾਵਜੂਦ ਵੀ ਉਹਨਾਂ ਨੇ ਉੱਥੇ ਦੀ ਜਨਤਾ ਦਾ ਦਿਲ ਜਿੱਤ ਰੱਖਿਆ, ਉੱਥੇ ਬਾਵਜੂਦ ਵੀ ਉੱਥੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜੋ ਉਹਨਾਂ ਨੇ ਕਹੀਆਂ ਸੀ ਉਹ ਮੰਨੀਆਂ, ਇੱਥੋਂ ਤੱਕ ਕਿ ਜਿਹੜੀ ਗੱਲ ਨਹੀਂ ਵੀ ਗਈ ਸੀ ਉਹ ਵੀ ਕੀਤੀ ਹੈਗੀ ਹੈ। ਤਾਂ ਉਹਨਾਂ ਨੇ ਜਿਹੜਾ ਬੱਸਾਂ ਦੇ ਵਿੱਚ ਲੇਡੀਜ਼ ਨੂੰ ਜਿਹੜਾ ਸਫ਼ਰ ਵੀ ਮੁਫਤ ਕੀਤਾ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਬਾਅ ਦੇ ਵਿੱਚ ਆ ਕੇ ਕੰਮ ਕਰਨਾ ਪਿਆ ਸੀਗਾ। ਸੋ ਉੱਥੇ ਦਾ ਬਜਟ ਜਿਹੜਾ ਸੀਗਾ ਉਹ 25,000 ਕਰੋੜ ਤੋਂ ਲੈ ਕੇ 75,000 ਕਰੋੜ ਰੁਪਏ ਹੋ ਚੁੱਕਿਆ। ਤਾਂ ਕਿਤੇ ਨਾ ਕਿਤੇ ਇਹ ਪਲੈਨਿੰਗ ਦੇ ਅਨੁਸਾਰ ਜਿਹੜੇ ਚੱਲੇ ਹੈਗੇ ਨੇ, ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ। ਹਾਂ, ਇਹ ਸ਼ੁਰੂਆਤੀ ਦੌਰ ਦੇ ਵਿੱਚ ਹੋਏਗਾ, ਇਹਦੇ ਲਈ ਥੋੜਾ ਹਲੇ ਸਵਾਲੀਆ ਨਿਸ਼ਾਨ ਨੇ, ਕਿਉਂਕਿ ਹਾਲੇ ਇਹਨਾਂ ਕੋਲ ਇੰਨਾ ਬਜਟ ਹੈ ਨਹੀਂ, ਤੇ ਬਜਟ ਨੂੰ ਉਧਰੋਂ ਕਰਜ਼ੇ ਜਿਹੜੇ ਸਿਰ ਤੇ ਚਲੇ, ਹਲੇ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਇਹਦੇ ਵਿੱਚੋਂ ਕਰਨਾ ਕੀ ਹੈ ਤੇ ਕਿਵੇਂ ਕਰਨਾ ਹੈਗਾ। ਤਾਂ ਉਹਨੂੰ ਸਮਝਣ ਨੂੰ ਜੇਕਰ ਥੋੜਾ ਸਮਾਂ ਲੱਗ ਜਾਏ ਤਾਂ ਗੱਲ ਵੱਖਰੀ ਹੈ, ਅਦਰਵਾਈਜ਼ ਜਿਹੜੇ ਕਰ ਲੈਣਗੇ, ਮੈਨੂੰ ਇਹ ਪੱਕਾ ਯਕੀਨ ਕਰ ਲੈਣਗੇ। ਇਹ ਗੱਲ ਉੱਥੇ ਆ ਜਾਂਦੀ ਹੈ ਕਿ ਜਦੋਂ ਤੱਕ ਹੁਣ ਸਰਕਾਰ ਨਵੀਂ ਬਣੀ ਸੀਗੀ, 10 ਕੁ ਦਿਨ ਹੋਏ ਸੀ, ਉਦੋਂ ਤੱਕ ਪ੍ਰਧਾਨਗੀ ਦੇ ਜਿਹੜੇ ਕਾਂਗਰਸ ਦੀ ਆ, ਪੰਜਾਬ ਕਾਂਗਰਸ ਦੀ, ਉਦੋਂ ਕੋਈ ਰੌਲਾ ਚੱਲ ਨਹੀਂ ਸੀ ਰਿਹਾ, ਤੇ ਉਦੋਂ ਗੱਲਬਾਤ ਕੋਈ ਹੋਈ ਨਹੀਂ ਸੀਗੀ। ਨਵਾਂ ਜਿਹਾ ਅਸਤੀਫਾ ਜਿਹੜਾ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਦਿੱਤਾ ਸੀ, ਤੇ ਉਦੋਂ ਜਦੋਂ ਵੀ ਕਿਸੇ ਕਾਂਗਰਸੀ ਲੀਡਰ ਨੂੰ ਪੁੱਛਦੇ ਸੀ ਵੀ ਤੁਹਾਡਾ ਇਹਦੇ ਤੇ ਕੀ ਰਿਐਕਸ਼ਨ ਹੈ ਪੱਤਰਕਾਰ ਭਾਈਚਾਰਾ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜੀ ਬੜੀ ਜਲਦੀ ਹਜੇ ਹੋਣੀ ਤਾਂ ਸਰਕਾਰ ਬਣੀ ਹੈ, ਤੇ ਇਹਨਾਂ ਨੂੰ ਕੀ ਪੁੱਛੀਏ, ਇਹਨਾਂ ਨੂੰ ਹਜੇ ਟਾਈਮ ਦੇਣਾ ਚਾਹੀਦਾ, ਵੀ ਚੰਗਾ ਨਹੀਂ ਲੱਗਦਾ। ਬਿਲਕੁਲ 5 ਕੁ ਦਿਨਾਂ ਬਾਅਦ ਹੀ ਆਸ਼ੂ ਉਹਨਾਂ ਨੂੰ ਪੁੱਛਿਆ ਸੀ, 5 ਕੁ ਦਿਨਾਂ ਬਾਅਦ ਹੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਵੀ ਇਹੀ ਬਿਆਨ ਸੀਗਾ। 5 ਕੁ ਦਿਨਾਂ ਬਾਅਦ ਹੀ ਜਦੋਂ ਚਰਚਾਵਾਂ ਚੱਲਣ ਲੱਗੀਆਂ ਜੀ ਵੀ ਰਾਜਾ ਵੜਿੰਗ ਉਹਨਾਂ ਦਾ ਨਾਂ ਆ ਰਿਹਾ, ਰਵਨੀਤ ਬਿੱਟੂ ਉਹਨਾਂ ਦਾ ਨਾਂ ਸਾਹਮਣੇ ਆ ਰਿਹਾ, ਉਦੋਂ ਸਾਰੇ ਜਿਹੜੇ ਲੀਡਰ ਨੇ ਇੱਕੋ ਦਮ ਐਕਟਿਵ ਹੋ ਗਏ। ਨਵਜੋਤ ਸਿੰਘ ਸਿੱਧੂ ਹੋਣੀ ਜਿਵੇਂ ਐਂ ਲੱਗਦਾ ਵੀ ਕਬਰਾਂ 'ਚ ਉੱਠ ਕੇ ਇੱਕੋ ਦਮ ਨਿਕਲ ਆਇਆ ਹੁੰਦੀ ਹੈ ਕੋਈ ਰੂਹ, ਵੀ ਆਪਾਂ ਜਾਨ ਫੂਕ ਦੇਣੀ ਹੈ ਜੀ ਪੂਰੇ। ਉਹਨਾਂ ਨੇ ਧਰਨੇ ਲਾਣੇ ਸ਼ੁਰੂ ਕਰਤੇ, ਲੌਬਿੰਗ ਹੈ ਜਿਹੜੀ ਜਾ ਕੇ ਲੰਚ ਲੌਬਿੰਗ ਸ਼ੁਰੂ ਕਰ ਦਿੱਤੀ। ਤੇ ਐਂ ਨਹੀਂ ਲੱਗਦਾ ਜਿਵੇਂ ਹੁਣ ਆਪਾਂ ਲੋਕ ਪਹਿਲਾਂ ਗੱਲ ਕਰਦੇ ਹੁੰਦੇ ਸੀ ਵੀ ਜੇ ਲੀਡਰਾਂ ਨੂੰ ਜਗਾਉਣਾ ਵੀ ਜਿਹੜੇ ਸੱਤਾ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਲਈ ਚੋਣਾਂ ਜ਼ਰੂਰੀ ਨੇ, ਤੇ ਜੇ ਓਪੋਜੀਸ਼ਨ ਨੂੰ ਜਗਾਉਣਾ ਉਹਦੇ ਲਈ ਫਿਰ ਪ੍ਰਧਾਨਗੀ ਜ਼ਰੂਰੀ ਹੋਗੀ। ਦੇਖੋ ਕੁਛ ਵੀ ਆ, ਰਾਜਨੀਤੀ ਹੀ ਜਿਹੜੀ ਆ ਉਹ ਕੁਰਸੀ ਦੀ ਖੇਡ ਆ ਸਾਰੀ। ਜਿਹੜਾ ਆਮ ਆਦਮੀ ਹੈ ਕੋਈ, ਜੇਕਰ ਉਹ ਚੋਣ ਲੜਦਾ ਤਾਂ ਉਹਨੂੰ MLA ਬਣਨਾ, MC ਬਣਨਾ, MLA ਬਣਨਾ ਹੈ ਨਾ। ਜੇ MLA ਹੈ ਤਾਂ ਉਹਨੇ ਮੰਤਰੀ ਬਣਨਾ, ਜੇ ਮੰਤਰੀ ਹੈ ਤਾਂ ਉਹਨੇ ਮੁੱਖ ਮੰਤਰੀ ਬਣਨਾ, ਜੇਕਰ ਕਿਸੇ ਆਮ ਵਰਕਰ ਹੈਗਾ ਤਾਂ ਉਹਨੇ ਪ੍ਰਧਾਨ ਬਣਨਾ, ਚਾਹੇ ਉਹ ਇਲਾਕੇ ਦਾ ਪ੍ਰਧਾਨ ਹੋਵੇ, ਚਾਹੇ ਉਹ ਸ਼ਹਿਰ ਦਾ ਪ੍ਰਧਾਨ ਹੋਵੇ, ਤੇ ਚਾਹੇ ਉਹ ਸੂਬੇ ਦਾ ਪ੍ਰਧਾਨ ਹੋਵੇ। ਯਾਨੀ ਕਿ ਸਾਰੀ ਦੀ ਸਾਰੀ ਜਿਹੜੀ ਖੇਡ ਆ ਉਹ ਕੁਰਸੀ ਦੇ ਆਲੇ ਦੁਆਲੇ ਘੁੰਮਦੀ ਹੈਗੀ ਹੈ। ਤੇ ਕੁਰਸੀ ਨੂੰ ਬਚਾ ਕੇ ਰੱਖਣ ਲਈ ਜਾਂ ਫਿਰ ਕੁਰਸੀ ਹਾਸਲ ਕਰਨ ਲਈ ਜਿਹੜੀਆਂ ਸਰਗਰਮੀਆਂ ਵੀ ਤੇਜ਼ ਕਰਨੀਆਂ ਪੈਂਦੀਆਂ ਨੇ, ਤੇ ਸਾਰੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਅਲੱਗ-ਅਲੱਗ ਜਿਹੜੇ ਬਿਆਨ ਆ ਰਹੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਉਹ ਇਸੇ ਸੰਦਰਭ ਦੇ ਵਿੱਚ ਨੇ। ਤੇ ਜੇਕਰ ਆਪਾਂ ਪਿਛਲੇ ਸਮੇਂ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਦੇਖੀਏ ਤਾਂ ਉਹ ਲਗਾਤਾਰ ਉਹਨਾਂ ਦੀਆਂ ਜਿਹੜੀਆਂ ਉਹ ਮੀਟਿੰਗਾਂ ਕਰਦੇ ਆ ਰਹੇ ਨੇ, ਪਿਛਲੇ 2 ਹਫ਼ਤਿਆਂ ਦੇ ਵਿੱਚ 3-4 ਮੀਟਿੰਗਾਂ ਉਹਨਾਂ ਦੀ ਕਰ ਦਿੱਤੀਆਂ ਨੇ, ਤੇ ਉਹ ਮੀਟਿੰਗਾਂ ਵੀ ਕਰਦੇ ਆ ਰਹੇ ਨੇ, ਉਹ ਵਰਕਰਾਂ ਦੇ ਘਰਾਂ ਦੇ ਵਿੱਚ ਵੀ ਜਾ ਰਹੇ ਨੇ, ਜੇ ਕਿਸੇ ਨਾਲ ਧੱਕਾ ਆ ਰਿਹਾ ਉੱਥੇ ਵੀ ਪਹੁੰਚ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੁਰਸੀ ਨੂੰ ਲੈ ਕੇ ਜਿਹੜਾ ਬੜਾ ਜਿਹੜੀ ਜੰਗ ਆ ਉਹ ਤੇਜ਼ ਹੋ ਚੁੱਕੀ ਆ। ਹਾਂ, ਤੁਸੀਂ ਉਦੋਂ ਬਾਅਦ ਦੇਖਣਾ
ਕੀ ਨਵਜੋਤ ਸਿੰਘ ਸਿੱਧੂ ਉਦੋਂ ਬਾਅਦ ਵੀ ਐਕਟਿਵ ਰਹਿੰਦੇ ਨੇ? ਹੁਣ ਤੁਸੀਂ ਦੇਖੋ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਇਹ ਆਸ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਬਣਾਇਆ ਜਾਏਗਾ, ਉਦੋਂ ਤੱਕ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਸੁਰ ਜਿਹੜੇ ਸੀ ਉਹ ਬੜੇ ਹਾਈ ਸੀਗੇ। ਉਦੋਂ ਤੱਕ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਲੱਗੇ ਹੋਏ ਸੀ ਵੀ ਇਹ ਕਰ ਦਾਂਗੇ, ਉਹ ਕਰ ਦਾਂਗੇ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਟਵਾਤਾ, ਅਸੀਂ ਹੋਰ ਵੀ ਜਿਹੜੇ ਮੁੱਖ ਮੰਤਰੀ ਹਟਵਾ ਦਾਂਗੇ, ਇਹ ਕਰ ਦੋ, ਉਹਨਾਂ ਦੇ ਬਿਆਨ ਆਏ ਸੀ, ਪੰਜਾਬ ਮਾਡਲ ਲਿਆਏ ਸੀ। ਜਿਉਂ ਹੀ ਉਹਨਾਂ ਨੇ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਐਲਾਨਿਆ, ਉਹਨਾਂ ਨੇ ਪ੍ਰਿਯੰਕਾ ਗਾਂਧੀ ਦੀ ਹਾਜ਼ਰੀ ਦੇ ਵਿੱਚ ਹੀ ਜਿਹੜਾ ਉੱਥੇ ਭਾਸ਼ਣ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਵੀ ਕਿਉਂ ਜੀ ਭਾਸ਼ਣ ਮੈਂ ਦੇਵਾਂ ਤੇ ਲੋਕਾਂ ਦੇ ਮਨਾਂ ਦੇ ਵਿੱਚ ਮੈਂ ਘਰ ਕਰਾਂ ਤੇ ਸੱਤਾ ਦਾ ਸੁੱਖ ਇਹ ਭੋਗਣ ਮੈਂ ਨਹੀਂ ਕਰਦਾ। ਇਹ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਵੀ ਪਹਿਲਾਂ ਵੀ ਮੇਰੇ ਤੋਂ ਜਿਹੜਾ ਪ੍ਰਚਾਰ ਉਹ ਕਰਾਉਂਦੇ ਰਹੇ, ਸਰਕਾਰਾਂ ਬਣ ਗਿਆ ਤੇ ਮੈਨੂੰ ਉਹਨਾਂ ਨੇ ਪੁੱਛਿਆ ਹੀ ਨਹੀਂ ਹੈਗਾ। ਦਰਸ਼ਨੀ ਘੋੜਾ ਬਣਾ ਕੇ ਰੱਖਤਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਪਿਛਲੀ ਵਾਰ ਸਾਬਤ ਹੋ ਚੁੱਕੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਹੁਣ ਵੀ ਇਹ ਕਹਿਤਾ ਵੀ ਜਦੋਂ ਜੇ ਪ੍ਰਚਾਰ ਉਹ ਤੋਂ ਕਰਾਇਆ ਜੀ, ਜੇ ਮੁੱਖ ਮੰਤਰੀ ਚਿਹਰਾ ਉਹ ਸੀ ਤੇ ਉਹ ਜਿਹੜਾ ਨਫੇ ਨੁਕਸਾਨ ਦਾ ਹੱਕਦਾਰ ਵੀ ਉਹੀ ਹੈਗਾ। ਹੁਣ ਵੀ ਇਹ ਵੇਖਣਾ ਹੋਏਗਾ ਕਿ ਜੇਕਰ ਇਹ ਜੋ ਇਹ ਬਿਆਨ ਆ ਰਹੇ ਨੇ ਜਾਂ ਜੋ ਇਹ ਸਰਗਰਮੀਆਂ ਹੋ ਰਹੀਆਂ ਨੇ, ਕੀ ਇਹ ਪ੍ਰਧਾਨਗੀ ਦੀ ਜਦੋਂ ਅਲਾਟਮੈਂਟ ਹੋ ਜਾਏਗੀ, ਪ੍ਰਧਾਨ ਕਿਸੇ ਨੂੰ ਬਣਾ ਦਿੱਤਾ ਜਾਏਗਾ, ਤੇ ਕੀ ਉਦੋਂ ਬਾਅਦ ਵੀ ਇਹ ਸੁਰ ਰਹਿਣਗੇ, ਕਿ ਉਦੋਂ ਬਾਅਦ ਵੀ ਇਹ ਸਾਰੀਆਂ ਚੀਜ਼ਾਂ ਜਾਰੀ ਰਹਿਣਗੀਆਂ, ਜਾਂ ਫਿਰ ਇਹ ਕੁਰਸੀ ਤੱਕ ਹੀ ਸਾਰਾ ਕੁਝ ਸੀਮਿਤ ਹੋ ਕੇ ਰਹਿ ਗਿਆ ਹੈਗਾ? ਨਵਜੋਤ ਸਿੰਘ ਸਿੱਧੂ ਤੋਂ ਬੜੀਆਂ ਆਸਾਂ ਸੀਗੀਆਂ ਪੰਜਾਬ ਦੇ ਲੋਕਾਂ ਨੂੰ, ਜਦੋਂ ਇੱਕੋ ਦਮ ਉਹਨਾਂ ਦਾ ਮੂਡ ਸ਼ਿਫਟ ਹੋਇਆ ਨਾ, ਕਹਿੰਦੇ ਗੇਅਰ ਡਾਊਨ ਆਇਆ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਰਾਹੁਲ ਗਾਂਧੀ ਹੁਣੇ ਉਰੇ ਕਰ ਗਏ ਸੀ ਐਲਾਨ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਦੋਂ ਵੀ ਕੋਈ ਪੁੱਛਦਾ ਸੀ ਵੀ ਭਾਈ ਤੁਸੀਂ ਹੋਰ ਹਲਕਿਆਂ 'ਚ ਕਿਉਂ ਨਹੀਂ ਜਾ ਰਹੇ, ਆਪਣੇ ਅੰਮ੍ਰਿਤਸਰ ਤੱਕ ਹੀ ਸੀਮਿਤ ਕਿਉਂ ਰਹਿ ਗਏ ਹੋ, ਉਹ ਕਹਿੰਦੇ ਜੀ ਚੰਨੀ ਉਹਨਾਂ ਨੂੰ ਜਿਹੜੀ ਵਾਗਡੋਰ ਆ ਉਹ ਸੰਭਾਲ ਲਈ ਹੈ, ਉਹ ਹੁਣ ਆਪੇ ਦੇਖਣ, ਉਹ ਮੁੱਖ ਮੰਤਰੀ ਦਾ ਚਿਹਰਾ ਨੇ। ਤੇ ਇਸ ਤੋਂ ਬਾਅਦ ਵੀ ਕਿਤੇ ਇਹ ਨਾ ਹੋਵੇ ਵੀ ਜਿਵੇਂ ਕੈਪਟਨ ਰਵਿੰਦਰ ਸਿੰਘ ਆਪਣੇ ਸਿਸਵਾ ਮਹਿਲ ਕਰਕੇ ਮਸ਼ਹੂਰ ਹੋਏ ਸੀਗੇ ਕਿ ਉਹ ਤਾਂ ਉੱਥੇ ਹੀ ਬੈਠੇ ਰਹਿੰਦੇ ਨੇ, ਮੁੱਖ ਮੰਤਰੀ ਬਣ ਗਏ, ਕਹਿੰਦੇ ਮੈਂ ਦੇਖੀ ਜਾਊਂਗਾ। ਤੇ ਇਹਨਾਂ ਨੇ ਵੀ ਹੋ ਸਕਦਾ ਅੱਗੇ ਫਿਰ ਇਹ ਕਹਿ ਦੇਣ ਵੀ ਭਾਈ ਉਹ ਪ੍ਰਧਾਨ ਹੈ, ਪ੍ਰਧਾਨ ਨੂੰ ਪੁੱਛੋ, ਅਸੀਂ ਤਾਂ ਆਪਣਾ ਦੇਖਣਾ। ਜਿਵੇਂ ਬਿਲਕੁਲ ਉਹੀ ਚੀਜ਼ ਚੱਲ ਰਹੀ ਹੈ ਵੀ ਹੁਣ ਵੀ ਜੇਕਰ ਪ੍ਰਧਾਨਗੀ ਨੂੰ ਲੈ ਕੇ ਹੀ ਚੱਲ ਰਹੀਆਂ ਨੇ। ਹੁਣ ਵੀ ਇੱਕ ਚੀਜ਼ ਦੇਖੋ ਵੀ ਬਹੁਤ ਸਾਰੀਆਂ ਚੀਜ਼ਾਂ ਇਹ ਇਕੱਲੇ ਨਵਜੋਤ ਸਿੰਘ ਸਿੱਧੂ ਹੋਣਾ ਤੇ ਨਹੀਂ ਲਾਗੂ ਹੁੰਦੀਆਂ। ਤੁਸੀਂ ਇਹ ਦੇਖੋ ਵੀ ਚਾਹੇ ਜੇ ਰਵਨੀਤ ਬਿੱਟੂ ਹੈ, ਚਾਹੇ ਉਹ ਰਾਜਾ ਵੜਿੰਗ ਨੇ, ਚਾਹੇ ਉਹ ਕੋਈ ਹੋਰ ਬੰਦਾ ਹੈ ਜਿਹਦਾ ਨਾਮ ਕਿਸੇ ਦਾ ਵੀ ਨਾਮ ਆਇਆ, ਚਾਹੇ ਪ੍ਰਤਾਪ ਸਿੰਘ ਬਾਜਵਾ ਵੀ ਲੈ ਕੇ ਚੱਲੋ, ਇਹਨਾਂ ਸਾਰਿਆਂ ਦੇ ਜੇਕਰ ਤੁਸੀਂ ਬਿਆਨਾਂ ਨੂੰ ਦੇਖੋ ਤਾਂ ਇਹ ਨਵਜੋਤ ਸਿੰਘ ਸਿੱਧੂ ਨੂੰ ਹਿੱਟ ਕਰਦੇ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ। ਪਰ ਇਹਦੇ ਨਾਲ ਤੁਸੀਂ ਇਹ ਵੀ ਦੇਖ ਲੈਣਾ ਵੀ ਜਦੋਂ ਇਹਨਾਂ ਚੋਂ ਕਿਸੇ ਨੂੰ ਪ੍ਰਧਾਨ ਬਣਾ ਦਿੱਤਾ ਗਿਆ, ਉਦੋਂ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਬਿਆਨ ਦੇਣ ਲੱਗ ਪੈਣਗੇ। ਉਦੋਂ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿਣਗੇ ਵੀ ਸਾਡਾ ਭਰਾ ਹੈ, ਜੇ ਅਸੀਂ ਨਾਲ ਲੈ ਕੇ ਚੱਲਣਾ, ਕਿਉਂਕਿ ਉਹਨਾਂ ਨੂੰ ਪਤਾ ਵੀ ਪ੍ਰਧਾਨਗੀ ਤਾਂ ਸਾਡੇ ਕੋਲ ਹੈ ਹੀ ਹੈ। ਹੁਣ ਜੇ ਇਹ ਪਊਗਾ ਤਾਂ ਸਾਡੇ ਰੌਲਾ ਪਊਗਾ ਤਾਂ ਸਾਡੀ ਜਿਹੜੀ ਨੁਕਸਾਨ ਜਿਹੜਾ ਉਸ ਦਾ ਗੱਲ ਮੇਰੇ 'ਤੇ ਆਊਗੀ ਸਾਰੀ ਇਹ। ਤੇ ਉਹੀ ਨਵਜੋਤ ਸਿੰਘ ਸਿੱਧੂ ਫਿਰ ਬਾਅਦ ਦੇ ਵਿੱਚ ਚੰਗਾ ਲੱਗਣ ਲੱਗ ਪਏਗਾ, ਕਿਉਂਕਿ ਕੁਰਸੀ ਹਾਸਲ ਹੋ ਗਈ, ਹੁਣ ਸਪੋਰਟ ਵੀ ਹਾਸਲ ਕਰਨੀ ਆਪਣੇ ਨਾਲ। ਇਹ ਸਾਰੀ ਦੀ ਸਾਰੀ ਰਾਜਨੀਤੀ ਹੁੰਦੀ ਆ, ਤੇ ਰਾਜਨੀਤੀ ਨੂੰ ਲੈ ਕੇ ਜਿਹੜਾ ਉਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਆਮ ਪਬਲਿਕ ਦੇ ਸਮਝ ਤੋਂ ਬਾਹਰ ਹੁੰਦੀਆਂ ਨੇ। ਤੇ ਜਿੱਦਾਂ ਹੁਣ ਇਹ ਸਾਰੇ ਦੇ ਸਾਰੇ ਬਿਆਨ ਇੱਕ ਦੂਜੇ ਦੇ ਉਹ ਪੁੱਠੇ ਉਲਟ ਦੇ ਰਹੇ ਨੇ, ਚਾਹੇ ਤੁਸੀਂ ਦੇਖੋ ਉਹਨਾਂ ਨੇ ਦੇਖੋ ਕੀ ਕਰਤਾ ਸੀਗਾ, ਸੁਨੀਲ ਜਾਖੜ ਹੋਣਾ ਨੇ, ਉਹਨਾਂ ਨੇ ਇੱਕ ਬਿਆਨ ਕੀ ਜਿਹੜਾ ਜੀ ਮੈਂ ਹਿੰਦੂ ਚਿਹਰਾ ਨਾ ਹੋਣ ਕਰਕੇ ਮੈਨੂੰ 16 ਵੋਟਾਂ ਮਿਲੀਆਂ, ਤੇ ਇਹਦੇ ਬਾਵਜੂਦ ਵੀ 42 ਵੋਟਾਂ ਮਿਲੀਆਂ, ਤੇ ਮੈਨੂੰ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਫਿਰ ਵੀ ਨਹੀਂ ਐਲਾਨਿਆ ਕਿ ਮੈਂ ਜੀ ਹਿੰਦੂ ਚਿਹਰਾ ਸੀ। ਉਹਦਾ ਕਿੱਡਾ ਵੱਡਾ ਨੁਕਸਾਨ ਹੋਇਆ ਇਹਨਾਂ ਨੂੰ। ਉਹ ਦੇਖੋ ਕਿ ਜਿੰਨੀ ਵੀ ਕਾਂਗਰਸ ਦੀ ਵੋਟ ਜੇਕਰ ਮੰਨੀ ਜਾਂਦੀ ਆ, ਜਿਹੜੇ ਉਹਨਾਂ ਦਾ ਕੈਡਰ ਸੀਗਾ, ਉਹ ਵੀ ਜਿਹੜੀ ਉਹਨਾਂ ਦੇ ਟੁੱਟੀ ਹੈਗੀ ਆ, ਕਿਉਂਕਿ ਇਹ ਗੱਲ ਉਹਨਾਂ ਦੇ ਆਪਣੇ ਲੀਡਰ ਹੀ ਮੰਨ ਰਹੇ ਨੇ ਕਿ ਨਵਜੋਤ ਸਿੰਘ ਜਿਹੜੇ ਸੁਨੀਲ ਜਾਖੜ ਉਹਨਾਂ ਨੇ ਜੋ ਬਿਆਨ ਦੇ ਦਿੱਤਾ, ਉਹਦੇ ਕਰਕੇ ਜਿਹੜਾ ਸਾਨੂੰ ਪਾਰਟੀ ਨੂੰ ਬੜਾ ਵੱਡਾ ਨੁਕਸਾਨ ਹੋਇਆ। ਤੇ ਇਹਨਾਂ ਦੇ ਆਪਣੇ ਹੀ ਜਿਹੜੇ ਬਿਆਨ ਨੇ ਉਹ ਆਪਣਿਆਂ ਦੇ ਵਿਰੋਧੀ ਚੱਲਦੇ ਆ ਰਹੇ ਨੇ। ਇਹਨਾਂ ਨੂੰ ਪਹਿਲਾਂ ਇਕਜੁੱਟ ਹੋ ਕੇ ਇਕੱਠੇ ਹੋ ਕੇ ਚੱਲਣ ਦੀ ਲੋੜ ਆ, ਤੇ ਆਪਾਂ ਇਹਨਾਂ ਨੇ ਅੱਗੇ ਆਉਣ ਵਾਲੇ ਸਮੇਂ ਵਿੱਚ ਜਨਤਾ ਵਿੱਚ ਕੋਈ ਕਾਰਗੁਜ਼ਾਰੀ ਦਿਖਾਣੀ। ਜੇਕਰ ਐਂ ਚੱਲਣਾ ਤਾਂ ਫਿਰ ਜਿੱਦਾਂ ਦੇਸ਼ ਦੇ ਵਿੱਚ ਕਾਂਗਰਸ ਉੱਡ ਗਈ, ਇੱਦਾਂ ਪੰਜਾਬ ਦੇ ਵਿੱਚ ਵੀ ਉੱਡ ਜਾਣੀ ਹੈਗੀ ਹੈ। ਪੰਜਾਬ ਦੇ ਵਿੱਚ ਲਗਭਗ ਉੱਡਣ ਦੇ ਕੰਢੇ ਹੋਈ ਪਈ ਹੈ। ਨਰਿੰਦਰ ਮੋਦੀ ਹੋਣੀ ਕਹਿੰਦੇ ਕਾਂਗਰਸ ਮੁਕਤ ਭਾਰਤ ਕਰਨਾ, ਤੇ ਉਹ ਫਿਰ ਤੋਂ ਉਹਨਾਂ ਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਪੈਣੀ, ਆਪਣੇ ਆਪ ਹੀ ਲੱਗੇ ਹੋਏ ਨੇ ਉਹ ਵਾਲੇ ਪਾਸੇ। ਖੈਰ ਆਪਾਂ ਆ ਜਾਂਦੇ ਹਾਂ ਜੀ ਤੇਲ ਦੀਆਂ ਕੀਮਤਾਂ ਵੱਲ, ਕਿ ਤੇਲ ਦੀਆਂ ਕੀਮਤਾਂ ਤੇ ਵੀ ਅੱਗ ਲੱਗੀ ਹੋਈ ਹੈ। ਇਹਦੇ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਟਵੀਟ ਕਰਿਆ ਕੱਲ, ਉਹ ਕਹਿੰਦੇ ਪਿਛਲੇ 13 ਦਿਨਾਂ ਦੇ ਵਿੱਚ ਕਹਿੰਦੇ 10% ਰੇਟ ਵੱਧ ਗਏ ਜਿਹੜੇ ਤੇਲ ਦੇ ਨੇ ਤੇ ਡੀਜ਼ਲ ਦੇ ਨੇ। ਕਹਿੰਦੇ ਤੁਸੀਂ ਦੱਸੋ ਵੀ MSP ਤੇ ਜਿਹੜੇ ਕਿਰਤੀਆਂ ਦਾ ਜਿਹੜਾ ਅੱਗੋਂ ਜਿਹੜੇ ਕਹਿੰਦੇ ਤਨਖਾਹਾਂ ਨੇ, ਕਹਿੰਦੇ ਉਹ ਵੀ ਕੀ ਇੰਨੇ % ਦੇ ਰੇਟ ਦੇ ਨਾਲ ਵੱਧ ਰਹੀਆਂ ਨੇ। ਦੂਜੇ ਪਾਸੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਪੰਜਾਬ ਦੇ ਚੀਮਾ ਸਾਹਿਬ, ਉਹਨਾਂ ਦਾ ਕਹਿਣਾ ਕਹਿੰਦੇ ਜੀ ਵੀ ਇਹ ਬੜਾ ਮਾੜਾ ਹਾਲ ਹੈ, ਕਹਿੰਦੇ ਲੋਕਾਂ ਨਾਲ ਧੋਖਾ ਕੀਤਾ ਜਿਹੜਾ ਕੇਂਦਰ ਦੀ ਸਰਕਾਰ ਹੈ, ਤੇ ਕਹਿੰਦੇ ਰੇਟ ਲਗਾਤਾਰ ਵਧਾਈ ਜਾ ਰਹੇ ਨੇ 80 ਪੈਸੇ ਕਰਕੇ। ਕਹਿੰਦੇ ਪਿਛਲੇ ਕੁਝ ਦਿਨਾਂ ਦੇ ਵਿੱਚ 8 ਰੁਪਏ ਕਹਿੰਦੇ ਰੇਟ ਹੈ ਜਿਹੜਾ ਉਹ ਇੱਕ ਹਫ਼ਤੇ ਦੇ ਵਿੱਚ ਵੱਧ ਚੁੱਕਿਆ। ਤੇ ਕਹਿੰਦੇ ਇਹ ਬੜਾ ਜ਼ਿਆਦਾ ਧੱਕਾ ਜਿਹੜਾ ਲੋਕਾਂ ਨੂੰ ਲੱਗਣਾ, ਤੇ ਇਹਦੇ ਨਾਲ ਕਹਿੰਦੇ ਬੇਲੋੜਾ ਜਿਹੜਾ ਪ੍ਰੋਬਲਮਸ ਨੇ, ਬੇਲੋੜਾ ਜਿਹੜਾ ਵਿੱਤੀ ਸੰਕਟ ਹੈ ਕਹਿੰਦੇ ਉਹ ਲੋਕਾਂ ਦੇ ਉੱਤੇ ਆ ਜਾਣਾ। ਦੂਜੀ ਇਹਨਾਂ ਨੇ ਗੱਲ ਇਹ ਬੜੀ ਇੰਪੋਰਟੈਂਟ ਕਹੀ ਹੈ ਜੀ, ਕਹਿੰਦੇ ਕਿ ਪੰਜਾਬ ਦੇ ਵਿੱਚ ਹੁਣ ਚੋਣਾਂ ਹਾਰਨ ਤੋਂ ਬਾਅਦ
ਕਹਿੰਦੇ ਇਹ ਕੇਂਦਰ ਦੇ ਵੱਲੋਂ ਇੱਕ ਬੜਾ ਅਜੀਬ ਤਰ੍ਹਾਂ ਜਿਹੜਾ ਪੈਂਤਰਾ ਅਪਣਾਇਆ ਜਾ ਰਿਹਾ, ਕਿਉਂਕਿ ਜਦੋਂ ਤੱਕ ਚੋਣਾਂ ਰਹੀਆਂ ਨੇ 5 ਰਾਜਾਂ 'ਚ ਕਹਿੰਦੇ ਉਦੋਂ ਤੱਕ ਤਾਂ ਕੋਈ ਰੇਟ ਨਹੀਂ ਵਧਿਆ। ਜਦੋਂ ਚੋਣਾਂ ਲੰਘ ਜਾਂਦੀਆਂ ਨੇ ਉਦੋਂ ਬਾਅਦ ਕਹਿੰਦੇ ਨੇ ਜੀ ਸਾਡੇ ਹੱਥ ਤਾਂ ਕੁਛ ਹੈ ਨਹੀਂ, ਜਿਹੜੇ ਪ੍ਰਾਈਵੇਟ ਕੰਪਨੀਆਂ ਨੇ ਉਹ ਆਪਣੇ ਵੱਲੋਂ ਜਿਹੜੇ ਰੇਟ ਤੈਅ ਕਰਦੀਆਂ ਨੇ। ਕਿਹੋ ਜਿਹੀਆਂ ਪ੍ਰਾਈਵੇਟ ਕੰਪਨੀਆਂ ਨੇ ਜਿਨ੍ਹਾਂ ਨੂੰ ਐ ਪਤਾ ਵੀ ਵੋਟਾਂ 'ਚ ਫਾਇਦਾ ਕਿਹਨੂੰ ਦੇਣਾ ਤੇ ਕਿਹਨੂੰ ਨਹੀਂ ਦੇਣਾ। ਦੇਖੋ ਤੁਸੀਂ ਇੱਕ ਗੱਲ ਦੇਖੋ ਵੀ ਇਹਨਾਂ ਦੇ ਪਿਛਲੇ 3-4 ਚੋਣਾਂ ਚੱਕ ਕੇ ਦੇਖ ਲਓ ਕੇਂਦਰ ਸਰਕਾਰ ਨੇ, ਕਿਉਂਕਿ ਹੁਣ ਤਾਂ ਪਿਛਲੇ ਕਾਫੀ ਸਾਲਾਂ ਤੋਂ ਜਿਹੜੀ ਇਹ ਕੇਂਦਰ ਦੇ ਵਿੱਚ ਹੈਗੀ ਹੈ ਭਾਰਤੀ ਜਨਤਾ ਪਾਰਟੀ, ਜਿੰਨੀ ਵਾਰ ਵੀ ਚੋਣਾਂ ਆਈਆਂ ਨੇ 2-2 3-3 ਮਹੀਨੇ ਜਿਹੜੇ ਕੋਈ ਰੇਟ ਨਹੀਂ ਵਧੇ। ਤੁਸੀਂ ਇਹ ਰਿਪੋਰਟਾਂ ਜਿਹੜੀਆਂ ਨੇ ਅਲੱਗ-ਅਲੱਗ ਮੀਡੀਆ ਹਾਊਸਾਂ ਨੇ ਇਸ ਨੂੰ ਪ੍ਰਚਾਰ ਕੀਤਾ ਵੀ ਹੈਗਾ, ਔਰ ਬਕਾਇਦਾ ਤੌਰ ਤੇ ਡੇਟਾਂ ਦੇ ਨਾਲ ਰੇਟ ਵੀ ਦੱਸੇ ਗਏ ਵੀ ਇਹ ਉਸ ਟਾਈਮ ਇੰਨਾ ਰੇਟ ਸੀ, ਹੁਣ ਇੰਨੀ ਦੇਰ ਤੋਂ ਲੈ ਕੇ ਇੰਨੀ ਦੇਰ ਤੱਕ ਇੰਨਾ ਰੇਟ ਰਿਹਾ। ਠੀਕ ਹੈ, ਹਾਂ 96 ਰੁਪਏ 60 ਪੈਸੇ ਰੇਟ ਜਿਹੜਾ ਇਹ ਚੋਣਾਂ ਦੇ ਦੌਰਾਨ ਜਿਹੜਾ ਉਹ 3-4 ਮਹੀਨੇ ਲਗਾਤਾਰ ਰਿਹਾ ਜੀ। ਠੀਕ ਹੈ, ਉਹ ਉਸ ਤੋਂ ਪਹਿਲਾਂ ਵੀ ਇਹਨਾਂ ਨੇ 4-5 ਰੁਪਏ ਰੇਟ ਘਟਾਇਆ ਸੀਗਾ ਤੇ 100 ਤੋਂ ਥੱਲੇ ਲਿਆਂਦਾ ਇਹਨਾਂ ਨੇ ਉਸ ਤੋਂ ਬਾਅਦ, ਤੇ ਉਹ 96 ਰੁਪਏ 60 ਪੈਸੇ ਰੇਟ ਰਿਹਾ। ਹੁਣ ਤੁਸੀਂ ਅਗਰ ਦੇਖਿਆ ਜਾਵੇ ਤਾਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਗਈ ਸੀ ਤੇ ਉਸ ਤੋਂ ਬਾਅਦ ਸਭ ਤੋਂ ਹਾਈ ਰੇਟ ਜਿਹੜਾ ਸੀਗਾ ਉਹ ਅੰਤਰਰਾਸ਼ਟਰੀ ਜਿਹੜੇ ਤੇਲ ਦੀਆਂ ਕੀਮਤਾਂ ਦੇ ਵਿੱਚ, ਕੱਚੇ ਤੇਲ ਦੀ ਕੀਮਤਾਂ ਦੇ ਰੇਟ ਯੂਕਰੇਨ ਵਾਰ ਦੇ ਕਰਕੇ ਜਿਹੜਾ ਉਹ ਵਧੀਆਂ ਸੀਗੀਆਂ ਤੇਲ ਦੀਆਂ ਕੀਮਤਾਂ, ਪਰ ਉਹਦੇ ਬਾਵਜੂਦ ਵੀ ਇਸ ਚੋਣਾਂ ਦੇ ਸੀਜ਼ਨ ਦੇ ਦੌਰਾਨ ਜਿਹੜੀਆਂ ਇਹਨਾਂ ਦੇ ਰੇਟ ਨਹੀਂ ਵਧੇ। ਪਰ ਜਿਉਂ ਹੀ ਚੋਣਾਂ ਖਤਮ ਹੋਈਆਂ ਤੇ ਤਿਉਂ ਹੀ ਨਾਲ ਦੀ ਨਾਲ ਰੇਟ ਵਧਣੇ ਸ਼ੁਰੂ ਹੋ ਗਏ, ਤਿਉਂ ਹੀ ਨਾਲ ਦੀ ਨਾਲ, ਜਦ ਕਿ ਇਸ ਬਾਰੇ ਲੋਕਾਂ ਨੂੰ ਚਿਤਾਇਆ ਵੀ ਗਿਆ ਸੀ। ਰਾਹੁਲ ਗਾਂਧੀ ਬਾਰ-ਬਾਰ ਕਹਿ ਰਹੇ ਸੀਗੇ ਵੀ ਤੁਸੀਂ ਆਹ ਚੋਣਾਂ ਰੁਕ ਦਿਓ, ਜਦੋਂ ਹੀ ਚੋਣਾਂ ਖਤਮ ਹੋਣੀਆਂ ਨੇ ਨਾਲ ਦੀ ਨਾਲ ਜਿਹੜੀਆਂ ਜੇ ਥੋੜ੍ਹੇ ਜਿਹੜੇ ਤੇਲ ਦੇ ਰੇਟ ਵਧਣਗੇ। ਇਹ ਤੇਲ ਦੇ ਰੇਟ ਜਿਹੜੇ ਨੇ ਤੁਸੀਂ ਇਹ ਨਾ ਸੋਚੋ ਵੀ ਜਿਹੜੇ ਇਹਦੇ ਕਰਕੇ ਵਧੇ ਰੁਕੇ ਹੋਏ ਨੇ ਵੀ ਇੱਕ ਕੰਪਨੀਆਂ ਦੇ ਹੱਥਾਂ 'ਚ ਕੀਮਤਾਂ ਇਹਦੀਆਂ ਹੈਗੀਆਂ ਨੇ। ਕਾਰਟੂਨ ਵੀ ਆਇਆ ਸੀਗਾ ਇਸ ਮਾਮਲੇ ਨੂੰ ਲੈ ਕੇ, ਅਖਬਾਰਾਂ ਦੇ ਵਿੱਚ ਜਿਹੜੇ ਕਾਰਟੂਨਿਸਟ ਨੇ ਉਹਨਾਂ ਨੇ ਵੀ ਰਿਹਾ ਸੀਗਾ ਕਿ ਕੀ ਇਹ ਚੋਣਾਂ ਜਿਹੜੀਆਂ ਨੇ ਇਹ ਐਂ ਨਹੀਂ ਹੋ ਸਕਦਾ ਵੀ ਇਹ ਹਰ ਸਾਲ ਆ ਜਾਣ, ਜਾਂ ਫਿਰ ਐਂ ਨਹੀਂ ਹੋ ਸਕਦਾ ਵੀ ਇਹ ਚੋਣਾਂ ਕਦੇ ਖਤਮ ਹੀ ਨਾ ਹੋਣ, ਵੀ ਘੱਟੋ ਘੱਟ ਤੇਲ ਦੀਆਂ ਕੀਮਤਾਂ ਤਾਂ ਨਾ ਵਧਣ। ਤੋ ਚੋਣਾਂ ਨੂੰ ਲੈ ਕੇ ਹੀ ਡਿਵੈਲਪਮੈਂਟ ਜ਼ਿਆਦਾ ਆ ਜਾਂਦੀ ਹੈ ਸਾਰੀਆਂ ਪਾਰਟੀਆਂ ਨੇ, ਤੇ ਚੋਣਾਂ ਨੂੰ ਲੈ ਕੇ ਹੀ ਜਿਹੜੀਆਂ ਨੇ ਉਹ ਕੀਮਤਾਂ ਦੇ ਵਾਧੇ ਨੂੰ ਰੋਕਣ ਦੀ ਗੱਲ ਆਉਂਦੀ। ਜੇਕਰ ਤੇਲ ਦੀਆਂ ਕੀਮਤਾਂ ਪ੍ਰਾਈਵੇਟ ਕੰਪਨੀਆਂ ਦੇ ਹੱਥ 'ਚ ਹੋਣ, ਤੇਲ ਕੰਪਨੀਆਂ ਦੇ ਹੱਥ 'ਚ ਹੋਣ, ਤੇ ਫਿਰ ਚੋਣਾਂ ਦੇ ਦੌਰਾਨ ਕਿਉਂ ਨਹੀਂ ਉਹਨਾਂ ਨੇ ਵਧਾਈਆਂ? ਚੋਣਾਂ ਦੇ ਦੌਰਾਨ ਫਿਰ ਕੀ ਉਹ ਪ੍ਰਾਈਵੇਟ ਕੰਪਨੀਆਂ ਦੀ ਜਿਹੜੀਆਂ ਚੋਣਾਂ ਦੇ ਉਸ ਦੌਰਾਨ ਕੀਮਤਾਂ ਵਧੀਆਂ ਨਹੀਂ? ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੀਮਤਾਂ ਤਾਂ ਵਧੀਆਂ ਰਹੀਆਂ ਨੇ, ਉਹ ਕਿਉਂ ਨਹੀਂ ਵਧੀਆਂ? ਤੇ ਜੇ ਅੰਤਰਰਾਸ਼ਟਰੀ ਪੱਧਰ ਦੇ ਕੀਮਤਾਂ ਵਧਣ ਦੇ ਨਾਲ ਵਧਦੀਆਂ ਘਟਦੀਆਂ ਨੇ ਕੀਮਤਾਂ, ਤਾਂ ਫਿਰ ਉਸ ਦੌਰਾਨ ਕਿਉਂ ਰੁਕੀਆਂ ਰਹੀਆਂ? ਤੇ ਜੇ ਹੁਣ ਅਜਿਹਾ ਕੀ ਹੋਇਆ ਕਿ ਜਿਹੜਾ ਉਹਨਾਂ ਨੂੰ ਤੇਲ ਦੀਆਂ ਕੀਮਤਾਂ ਵਧਾਉਣੀਆਂ ਪੈ ਰਹੀਆਂ ਨੇ? ਸੋ ਇਹ ਸਪਸ਼ਟ ਹੈ ਕਿ ਸਿਰਫ ਚੋਣਾਂ ਦੀ ਰਾਜਨੀਤੀ ਸੀਗੀ, ਲੋਕਾਂ ਨੂੰ ਮੂਰਖ ਬਣਾਉਣ ਦੀ ਗੱਲ ਕੀਤੀ ਗਈ ਸੀ। ਲੋਕ ਸਮਝਣ ਇਸ ਗੱਲ ਨੂੰ ਕਿ ਇਹ ਕਿਉਂ ਕੀਤਾ ਜਾ ਰਿਹਾ। ਪਰ ਜਿਸ ਤਰ੍ਹਾਂ ਅੰਧ ਭਗਤੀ ਚੱਲੀ ਜਾ ਰਹੀ ਹੈ, ਜਿਸ ਤਰ੍ਹਾਂ ਧਰਮ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ, ਜਿਸ ਤਰ੍ਹਾਂ ਜਜ਼ਬਾਤ ਭੜਕਾ ਕੇ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਕੀਤਾ ਜਾਂਦਾ, ਉਹ ਚੀਜ਼ਾਂ ਨੂੰ ਜਿਹੜੀਆਂ ਉਹ ਸਾਨੂੰ ਜਿਹੜੀਆਂ ਉਹ ਸਦੀਆਂ ਤੋਂ ਮਾਰ ਰੱਖਿਆ। ਅੰਗਰੇਜ਼ਾਂ ਨੇ ਜਿਹੜੀ ਨੀਤੀ ਅਪਣਾਈ ਸੀ ਉਹੀ ਨੀਤੀ ਬਾਅਦ 'ਚ ਕਾਂਗਰਸ ਨੇ ਵੀ ਅਪਣਾਈ, ਉਹੀ ਨੀਤੀ ਹੁਣ ਜਿਹੜੀ ਆ ਉਸ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਜਿਹੜਾ ਹੁਣ ਇਹਨਾਂ ਨੇ ਧਰਮ ਨੂੰ ਲਿਆਂਦਾ। ਪਹਿਲਾਂ ਉਹਨਾਂ ਨੇ ਜਿਹੜੀ ਉਹ ਜਾਤ ਪਾਤ ਨੂੰ ਕੀਤਾ ਸੀ, ਉਹਨਾਂ ਨੇ ਧਰਮ ਨੂੰ ਲੈ ਕੇ ਜਿਹੜਾ ਉਹ ਇੱਕ ਇਹੋ ਜਿਹੀ ਪਾੜਾ ਪਾ ਦਿੱਤਾ ਹੈਗਾ ਕਿ ਅੱਜ ਜਿਹੜਾ ਉਹ ਦੇਸ਼ ਜਿਹੜਾ ਉਹ ਟੁੱਟਣ ਦੇ ਕੰਢੇ 'ਤੇ ਆ ਪਹੁੰਚਿਆ ਹੈਗਾ। ਮੁੱਦਿਆਂ ਤੋਂ ਭਟਕ ਗਿਆ ਜੀ, ਗੱਲ ਤੁਹਾਡੀ ਠੀਕ ਆ। ਮੈਂ ਪੈਟਰੋਲ ਦੇ ਰੇਟ ਦੱਸ ਦਿੰਦਾ। ਅੱਜ 103 ਰੁਪਏ 41 ਪੈਸੇ ਨੇ ਜਿਹੜੇ ਪੈਟਰੋਲ ਦੇ ਰੇਟ ਚੱਲ ਰਹੇ ਨੇ, ਤੇ 94.67 ਪੈਸੇ ਜਿਹੜੇ ਉਹ ਡੀਜ਼ਲ ਦਾ ਰੇਟ ਹੈ। ਤੇ ਆਪਾਂ ਜਾਂਦੇ ਜਾਂਦੇ ਜੀ ਗੱਲ ਕਰ ਲੈਣੀ ਹੈ ਕਿ ਏਡੀਟੀ ਟੀਚਰਾਂ ਦੀ ਜਿਹੜੀ ਆਪਾਂ ਵਿੱਚ ਜ਼ਿਕਰ ਵੀ ਕੀਤਾ ਸੀਗਾ ਕਿ ਉਹਨਾਂ ਨੇ ਧਰਨਾ ਲਾਇਆ ਹੋਇਆ ਗੁਰਮੀਤ ਸਿੰਘ ਮੇਥੇਰ ਉਹਨਾਂ ਦੇ ਘਰ ਦੇ ਬਾਹਰ, ਉਹ ਸਿੱਖਿਆ ਮੰਤਰੀ ਨੇ। ਤੇ ਇਹਨਾਂ ਦਾ ਕਹਿਣਾ ਜੀ ਕਿ ਸਾਡੀ 300 ਤੋਂ 250 ਕਿਲੋਮੀਟਰ ਕਹਿੰਦੇ ਦੂਰ ਆ ਜਿਹੜੀਆਂ ਉਹ ਬਦਲੀਆਂ ਕਰਤੀਆਂ, ਕਹਿੰਦੇ ਡੈਪੂਟੇਸ਼ਨ ਹੈ ਜਿਹੜੀ ਉਹ ਰੱਦ ਕਰੋ। ਤੇ ਮੇਥੇਰ ਸਾਹਿਬ ਉਹਨਾਂ ਨੂੰ ਮਿਲੇ ਵੀ ਨੇ ਤੇ ਮੰਤਰੀ ਉਹਨਾਂ ਨੇ ਵਿਸ਼ਵਾਸ ਦਵਾਇਆ ਇਹਨਾਂ ਨੂੰ ਕਿ ਭਾਈ ਅਸੀਂ ਤੁਹਾਡਾ ਜਿਹੜਾ ਮਸਲਾ ਉਹ ਹੱਲ ਕਰਾਵਾਂਗੇ। ਪਰ ਇਹ ਬੰਦੇ ਉੱਥੇ ਹੀ ਬੈਠੇ ਨੇ, ਉਹ ਜਿਹੜੀ ਇੱਕ ਬੇਭਰੋਸਗੀ ਹੁੰਦੀ ਹੈ ਕਹਿੰਦੇ ਉਹ ਇਹਨਾਂ ਦੇ ਉੱਪਰ ਹਜੇ ਹੈਗੀ ਹੈ। ਪੁਰਾਣੀ ਸਰਕਾਰਾਂ ਦਾ ਵੀ ਉਹੋ ਜਿਹਾ ਹੀ ਚੱਲ ਰਿਹਾ ਵਤੀਰਾ ਕਿ ਇਹ ਕਹਿੰਦੇ ਅਸੀਂ 1.5-2 ਸਾਲ ਤੋਂ ਭਟਕ ਰਹੇ ਹਾਂ ਤੇ ਸਾਡੀ ਕਿਸੇ ਨੇ ਨਹੀਂ ਸੁਣੀ। ਕਦੀ ਕਹਿੰਦੇ ਚੋਣਾਂ ਆ ਗਈਆਂ, ਕਦੇ ਕਹਿੰਦੇ ਪੇਪਰ ਆ ਗਏ, ਤੇ ਕਹਿੰਦੇ ਐਂ ਚੱਲੀ ਜਾਂਦਾ ਕੰਮ। ਤੇ ਦੂਜੇ ਪਾਸੇ ਮੇਥੇਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜਾ ਹਰੇਕ ਪਿੰਡ ਦੇ ਵਿੱਚ ਕਹਿੰਦੇ ਇੱਕ ਪਲੇਗਰਾਊਂਡ ਆ ਜਿਹੜਾ ਉਹ ਜ਼ਰੂਰ ਬਣਾਵਾਂਗੇ ਤੇ 3 ਸਾਲਾਂ ਦੇ ਵਿੱਚ ਕਹਿੰਦੇ ਇਹ ਪ੍ਰੋਜੈਕਟ ਪੂਰਾ ਕਰ ਦੇਣਾ। ਜਾਂਦੇ ਜਾਂਦੇ ਇਹਨਾਂ ਦੇ ਨਾਲ ਇਹ ਵੀ ਕਹਿਤਾ ਕਿ 10,500 ਨੌਕਰੀਆਂ ਨੇ ਜਿਹੜੀਆਂ ਉਹ ਨਵੀਆਂ ਰੱਖ ਲੈਣੀਆਂ ਨੇ। ਹਜੇ ਪੁਰਾਣੇ ਵਾਲਾਂ ਦਾ ਮਸਲਾ ਉਹ ਚੱਲ ਰਿਹਾ, 10,500 ਹੋਰ ਰੱਖ ਲੈਣੀਆਂ ਨੇ। ਤੇ ਇਹ ਕਿਵੇਂ ਇੱਕ ਉਹ ਮੁੰਗੇਰੀ ਲਾਲ ਦੇ ਸੁਪਨਿਆਂ ਦੇ ਵਾਂਗੂ ਨਹੀਂ ਕੁਝ ਦਿਖ ਰਿਹਾ ਕਿ ਤੁਸੀਂ ਜਿਹੜੇ ਪੁਰਾਣੇ ਬੰਦੇ ਨੇ ਪਹਿਲਾਂ ਉਹਨਾਂ ਦੀ ਹੱਲ ਜਿਹੜੇ ਮਸਲੇ ਨੇ ਉਹ ਕਰੋ, ਉਹਨਾਂ ਨੂੰ ਪੱਕੇ ਕਰੋ, ਜਿਹੜੇ ਕੱਚੇ ਨੇ ਜਿਹੜੇ ਆਊਟਸੋਰਸ ਤੇ ਰੱਖੇ ਹੋਏ ਨੇ ਉਹਨਾਂ ਨੂੰ ਪੱਕੇ ਕਰੋ। ਤੇ ਧਰਨੇ ਤਾਂ ਇੱਕ ਵਾਰੀ ਚੱਕੋ ਨਾ ਸਾਰੇ ਕਿਤੋਂ ਜਿਹੜੇ ਲੱਗੇ ਹੋਏ ਨੇ। ਤੇ ਇਹਨੂੰ ਕਿਵੇਂ ਦੇਖਦੇ ਹੋ?
ਦੇਖੋ ਬੋਨੀ, ਕੱਲ੍ਹ ਮੈਂ ਚੰਡੀਗੜ੍ਹ ਦੇ ਵਿੱਚ ਸੀਗਾ। ਚੰਡੀਗੜ੍ਹ ਦੇ ਵਿੱਚ ਇੱਕ ਖੇਤੀ ਵਿਰਾਸਤ ਮਿਸ਼ਨ ਵੱਲੋਂ ਜਿਹੜਾ ਸੀਗਾ ਉਹ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿਹਦੇ ਵਿੱਚ ਵੱਡੇ ਵੱਡੇ ਇਕੋਨੋਮਿਸਟ ਵੀ ਆਏ ਹੋਏ ਸੀਗੇ, ਡਾਕਟਰਸ ਵੀ ਆਏ ਹੋਏ ਸੀ, ਪੋਲੀਟੀਸ਼ੀਅਨਸ ਵੀ ਆਏ ਹੋਏ ਸੀ। ਉਹਦੇ ਵਿੱਚ ਖੇਤੀ ਨੂੰ ਲੈ ਕੇ ਵੀ ਬਹੁਤ ਵੱਡੇ ਵੱਡੇ ਜਿਹੜੇ ਨੇ ਜਿਹੜੇ ਉਹ ਥਿੰਕ ਟੈਂਕ ਉੱਥੇ ਬੈਠੇ ਸੀਗੇ, ਅਤੇ ਕੁਝ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੈਨੂੰ ਵੀ ਜਿਹੜਾ ਉਦੋਂ ਮੌਕਾ ਮਿਲਿਆ। ਅਤੇ ਉਦੋਂ ਉਸ ਮੌਕੇ ਦੇ ਦੌਰਾਨ ਮੈਨੂੰ ਇਹ ਨਿਕਲ ਕੇ ਸਾਹਮਣੇ ਇੱਕ ਮੁਲਾਜ਼ਮ ਸਾਡੇ ਕੋਲ ਆ ਕੇ ਬੈਠ ਗਿਆ, ਕਹਿੰਦਾ ਜੀ ਤੁਸੀਂ ਸਾਡੇ ਮੁਲਾਜ਼ਮਾਂ ਦੇ ਖਿਲਾਫ ਐਂ ਬੋਲਦੇ ਹੋ, ਉਹ ਕਰਦੇ, ਤੁਹਾਨੂੰ ਕਦੇ ਐਂ ਨਹੀਂ ਲੱਗਿਆ ਵੀ ਫਲਾਣੇ ਦੀ ਤਨਖਾਹ ਵੱਧ ਗਈ, ਧਮਕਾਣੇ ਦੀ ਤਨਖਾਹ ਵੱਧ ਗਈ, ਪੋਲੀਟੀਸ਼ਨਾਂ ਦੀ ਤਨਖਾਹਾਂ ਕਿੰਨੀਆਂ ਵਧੀਆ ਨੇ। ਤਾਂ ਉਦੋਂ ਫਿਰ ਜਿਹੜਾ ਉਹ ਬੰਦਾ ਐਕਸਪਰਟ ਸੀਗਾ, ਉਦੋਂ ਉਹਨੇ ਸਿੱਧਾ ਉਹਨੂੰ ਸਵਾਲ ਕੀਤਾ ਕਿ ਤੁਹਾਨੂੰ ਪਤਾ ਕਿ ਜਿਹੜਾ ਪੰਜਾਬ ਦਾ ਜਿੰਨਾ ਟੋਟਲ ਬਜਟ ਹੈ ਉਹਦਾ 40% ਜਿਹੜਾ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਜਾਂਦਾ, 40%। ਅਤੇ ਇਹਦੇ ਬਾਵਜੂਦ ਵੀ ਵਰਕ ਕਲਚਰ ਜਿਹੜਾ ਉਹ ਉੱਥੇ ਦਾ ਉੱਥੇ ਹੀ ਪਿਆ ਹੈਗਾ, ਵਰਕ ਕਲਚਰ ਨਹੀਂ ਵੱਧ ਸਕਿਆ। ਤੁਸੀਂ ਇਹ ਦੇਖੋ ਵੀ 2 ਛੁੱਟੀਆਂ ਤਾਂ ਜਿਹੜੀਆਂ ਸ਼ਨੀ ਐਤਵਾਰ ਦੀਆਂ ਹੋ ਗਈਆਂ, ਪਲੱਸ ਜਿਹੜੀਆਂ ਉਹ 150 ਤੋਂ ਜਿਹੜੀਆਂ ਵੱਧ ਛੁੱਟੀਆਂ ਟੋਟਲ ਹੋ ਜਾਂਦੀਆਂ ਨੇ। ਅਤੇ ਇੱਕ ਦਿਨ ਬਾਊ ਨਹੀਂ ਹੁੰਦਾ ਅਤੇ ਇੱਕ ਦਿਨ ਸਾਹਿਬ ਨਹੀਂ ਹੁੰਦਾ। ਅਤੇ ਜੇਕਰ ਉੱਥੇ ਜਾਂਦੇ ਵੀ ਹੈਗੇ ਨੇ ਤਾਂ ਉਦੋਂ ਜਿਹੜਾ ਸਰਕਾਰੀ ਮੁਲਾਜ਼ਮਾਂ ਦੇ 'ਤੇ ਜੋ ਇਲਜ਼ਾਮ ਲੱਗਦੇ ਨੇ ਕਿ ਉਹ ਕਦੇ ਚਾਹ ਪੀਣ ਦਾ ਟਾਈਮ ਹੋਗਾ, ਕਦੇ ਰੋਟੀ ਖਾਣ ਦਾ ਟਾਈਮ ਹੋਗਾ, ਕਦੇ ਕੁਛ ਹੋਗਾ, ਕਦੇ ਕੁਛ ਹੋਗਾ। ਅਤੇ ਜਿੰਨਾ ਡੀਲਿੰਗ ਹੁੰਦੀ ਆ ਉਹਦੇ ਮੁਤਾਬਕ ਵੀ ਜਿਹੜਾ ਉਹ ਕਾਫੀ, ਅਸੀਂ ਸਾਰਿਆਂ ਦੇ ਉੱਤੇ ਇਲਜ਼ਾਮ ਨਹੀਂ ਲਾ ਰਹੇ, ਬਹੁਤ ਸਾਰੇ ਅਜਿਹੇ ਹੈਗੇ ਨੇ ਵੀ ਜਿਹੜੇ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ, ਬੜਾ ਹੋਰਾਂ ਦਾ ਬੋਝ ਲੈ ਕੇ ਵੀ ਕੰਮ ਕਰ ਰਹੇ ਨੇ। ਪਰ ਇਹ ਵਰਕ ਕਲਚਰ ਨੂੰ ਲੈ ਕੇ ਜਿਸ ਤਰ੍ਹਾਂ ਦੀ ਚਰਚਾ ਉੱਤੇ ਛਿੜੀ, ਅਤੇ ਉਹ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰ ਗਈ ਕਿ ਐਡਾ ਵੱਡੇ ਲੈਵਲ ਦੇ ਉੱਤੇ ਜਿਹੜੇ 40% ਬਜਟ, ਉਹ ਪੂਰਾ ਦਾ ਪੂਰਾ ਬਜਟ ਜਿਹੜਾ ਉਹ ਮੁਲਾਜ਼ਮਾਂ ਦੀ ਤਨਖਾਹ 'ਤੇ ਜਾਂਦਾ ਹੋਵੇ, ਉੱਥੇ ਹੋਰ ਮੁਲਾਜ਼ਮ ਵੀ ਵੱਧ ਰਹੇ ਨੇ। ਤਾਂ ਅਜਿਹੇ ਦੇ ਵਿੱਚ ਜਿਹੜਾ ਬਜਟ ਦੇ ਉੱਤੇ ਹੋਰ ਬੋਝ ਪੈਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਨਾਲ ਨਾਲ ਜਿਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਚੋਣ ਵਾਅਦੇ ਪੂਰੇ ਕੀਤੇ, ਵਾਅਦੇ ਕਰਨ ਦੀ ਗੱਲ ਕੀਤੀ ਵੀ ਅਸੀਂ ਸਰਕਾਰੀ ਨੌਕਰੀਆਂ ਹੋਰ ਕੱਢਾਂਗੇ ਅਤੇ ਹੋਰ ਮੁਲਾਜ਼ਮ ਪੱਕੇ ਕਰਾਂਗੇ, ਅਤੇ ਉਹ ਵਾਅਦੇ ਵੀ ਇਹਨਾਂ ਨੇ ਪੂਰੇ ਕਰਨੇ ਨੇ। ਪਰ ਇਹਦੇ ਨਾਲ ਨਾਲ ਜਨਤਾ ਨੂੰ ਵੀ ਇਸ ਚੀਜ਼ ਦਾ ਹੱਲ ਕੱਢ ਕੇ ਦੇਣਾ ਹੋਵੇਗਾ ਕਿ ਜੇਕਰ ਅਸੀਂ ਅਜਿਹਾ ਕਰ ਰਹੇ ਹਾਂ ਤਾਂ ਸਾਨੂੰ ਇਹਦੇ ਵਾਸਤੇ ਵਰਕ ਕਲਚਰ ਵੀ ਜਿਹੜਾ ਉਹ ਨਾਲ ਨਾਲ ਦੇਣਾ ਹੋਵੇਗਾ, ਤਾਂ ਕਿ ਜਿਹੜਾ ਉਹ ਜੋ ਕੁਝ ਵੀ ਪਬਲਿਕ ਨੂੰ ਦਿੱਕਤਾਂ ਆ ਰਹੀਆਂ ਨੇ ਉਹ ਵੀ ਜਿਹੜੀਆਂ ਨੇ ਉਹ ਪੂਰੀਆਂ ਹੋ ਸਕਣ, ਉਹਨਾਂ ਨੂੰ ਜਿਹੜੀ ਆ ਉਹ ਦਿੱਕਤਾਂ ਨਾ ਆਉਣ। ਅਤੇ ਜਿੱਥੇ ਤੱਕ ਤੁਸੀਂ ਸਵਾਲ ਕੀਤਾ ਹੈਗਾ ਕਿ ਮੀਤ ਹੇਅਰ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਉਹ ਧਰਨਾ ਲੱਗਿਆ, ਉਹ ਮੀਤ ਹੇਅਰ ਦੇ ਸਿੱਖਿਆ ਮੰਤਰੀ ਹੈਗੇ ਨੇ ਉਸ ਟਾਈਮ ਉਹ, ਅਤੇ ਉਹਨਾਂ ਨੇ ਕਿਉਂਕਿ ਸਰਕਾਰ ਜਿਹੜੀ ਇਸ ਵੇਲੇ ਸਿੱਖਿਆ, ਬਿਜਲੀ ਅਤੇ ਸਿਹਤ ਸੁਵਿਧਾਵਾਂ ਨੂੰ ਲੈ ਕੇ ਜਿਹੜੀ ਆ ਉਹ ਮੁੱਖ ਏਜੰਡਾ ਉਹਨਾਂ ਦਾ ਇਹੀ ਚੱਲ ਰਿਹਾ, ਅਤੇ ਉਹ ਫੋਕਸ ਉੱਥੇ ਚੱਲ ਰਿਹਾ। ਅਤੇ ਇਸ ਕਰਕੇ ਜਿਹੜੇ ਨੇ ਉਹਦੇ ਨਾਲ ਜੁੜੇ ਹੋਏ ਲੋਕ ਵੀ ਜਿਹੜੇ ਨੇ ਉਹ ਇਸ ਅਜਿਹੇ ਦੇ ਵਿੱਚ ਜਿਹੜੀ ਆ ਵਗਦੀ ਗੰਗਾ ਦੇ ਨਾਲ ਵਿੱਚ ਉਹ ਹੱਥ ਧੋਣ ਵਾਲੀ ਗੱਲ ਹੈ ਕਿ ਇਸ ਵੇਲੇ ਜੇਕਰ ਆਪਾਂ ਇਹਨਾਂ ਨੂੰ ਕੁਝ ਵੀ ਛੇੜਾਂਗੇ ਅਤੇ ਆਪਣੇ ਖਿਲਾਫ ਕੁਝ ਵੀ ਨਹੀਂ ਹੋ ਸਕਦਾ, ਅਤੇ ਆਪਾਂ ਇਹਨਾਂ ਤੋਂ ਆਪਣੀ ਗੱਲ ਮਨਵਾ ਸਕਦੇ ਹੈਗੇ। ਅਤੇ ਉਹੀ ਜਿਹੜੀਆਂ ਯਤਨ ਜਿਹੜੇ ਨੇ ਉਹ ਚੱਲ ਰਹੇ ਨੇ, ਪਿਛਲੀਆਂ ਸਰਕਾਰਾਂ ਤੋਂ ਨਹੀਂ ਮਨਾ ਸਕੇ। ਪਿਛਲੀਆਂ ਸਰਕਾਰਾਂ ਦੇ ਨਾਲ ਜੋ ਕੁਝ ਵੀ ਹੋਇਆ, ਪਿਛਲੀ ਸਰਕਾਰ ਵੱਲੋਂ ਉਹਨਾਂ ਦੇ ਨਾਲ ਧੱਕਾ ਵੀ ਹੋਇਆ, ਡਾਂਗਾਂ ਵੀ ਚੱਲੀਆਂ, ਇਹਨਾਂ ਦੇ ਵੱਲੋਂ ਵੀ ਕਾਫੀ ਕੁਛ ਉੱਥੇ ਧਰਨੇ ਮੁਜ਼ਾਹਰੇ ਦਿੱਤੇ ਗਏ, ਪਰ ਨਹੀਂ ਉਹਨਾਂ ਦੀ ਸੁਣਵਾਈ ਹੋ ਸਕੀ। ਇਸ ਸਰਕਾਰ ਦਾ ਫੋਕਸ ਹੀ ਸਾਰਾ ਸਿੱਖਿਆ, ਬਿਜਲੀ ਅਤੇ ਜਿਹੜਾ ਹੈਲਥ ਹੈਗਾ, ਅਤੇ ਇਹ ਇਸ ਨੂੰ ਲੈ ਕੇ ਸੁਧਾਰਾਂ ਦੀ ਗੱਲ ਕਰ ਰਹੀ ਹੈ। ਇਸੇ ਕਰਕੇ ਜਿਹੜੇ ਮੁਲਾਜ਼ਮ ਵੀ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਜੀ, ਇੱਥੇ ਕਿਤੇ ਇਹ ਗੱਲ ਤਾਂ ਨਹੀਂ ਆ ਜਾਂਦੀ ਕੁਲਵੰਤ ਜੀ ਵੀ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਜੇ ਹੁਣ ਧਰਨਾ ਕੋਈ 5 ਧਰਨੇ ਪੱਕੇ ਲੱਗੇ ਹੋਏ ਆ, ਤਾਂ ਉਹਦੇ 'ਚ ਇੱਕ ਅੱਧਾ ਕੋਈ ਨਜਾਇਜ਼ ਵੀ ਹੋ ਸਕਦਾ, ਤੇ 4 ਨਜਾਇਜ਼ ਨਹੀਂ ਤਾਂ ਇੱਕ ਅੱਧਾ ਕੋਈ ਨਜਾਇਜ਼ ਵੀ ਹੋ ਸਕਦਾ ਵੀ ਸਾਡੀਆਂ ਮੰਗਾਂ ਮੰਨੋ ਜੀ ਜਾਂ ਪੱਕੇ ਕਰੋ ਜੀ, ਜਾਂ ਉਹਨਾਂ ਦੇ ਉਹਨੇ ਉਹ ਮੈਚ ਨਾ ਕਰਦੇ ਹੋਣ ਉਹ ਜਿਹੜਾ ਆਪਾਂ ਨੂੰ ਚਾਹੀਦਾ ਜਿੰਨਾ ਕੁ ਲੈਵਲ ਉੱਥੇ ਕਰਮਚਾਰੀ ਰੱਖਣ ਲਈ। ਹੁਣ ਇਹ ਤਾਂ ਨਹੀਂ ਹੋ ਜਾਊਗਾ ਕਿਤੇ ਵੀ ਇੱਕ ਤਰ੍ਹਾਂ ਦਾ ਬਲੈਕਮੇਲ ਕਰਨਾ ਸਰਕਾਰ ਨੂੰ ਸ਼ੁਰੂ ਹੋ ਜਾਏ ਕਿ ਸਰਕਾਰ ਨੇ ਹੁਣ ਇਹ ਸਰਕਾਰ ਇਹ ਕਹਿ ਕੇ ਆਈ ਹੈ ਕਿ ਪਹਿਲਾਂ ਵਾਲੇ ਡਾਂਗਾ ਮਾਰਦੇ ਸੀ ਜੀ, ਇਹ ਕਰਦੇ ਸੀ, ਫਲਾਣਾ ਕਰਦੇ ਸੀ, ਅਸੀਂ ਗੱਲਾਂ ਮੰਨਾਂਗੇ, ਅਸੀਂ ਲੋਕਾਂ ਦਾ ਧਿਆਨ ਰੱਖਾਂਗੇ। ਅਤੇ ਹੁਣ ਜਾਇਜ਼ ਦੇ ਨਾਲ ਹੋ ਸਕਦਾ ਕਿ ਕੋਈ ਇੱਕ ਅੱਧਾ ਧਰਨਾ ਨਜਾਇਜ਼ ਵੀ ਲੱਗ ਜੇ ਵੀ ਅੱਛਾ ਸਰਕਾਰ ਹੁਣ ਘੇਰੀ ਤਾਂ ਹੋਈ ਹੈ, ਜੇ ਡਾਂਗਾ ਮਾਰਨਗੇ ਅਸੀਂ ਖਬਰਾਂ ਲਵਾਵਾਂਗੇ, ਜੇ ਨਹੀਂ ਮਾਰਨਗੇ ਅਸੀਂ ਆ ਬੈਠੇ ਹਾਂ। ਜੇ ਧਰਨਾ ਇੰਨੇ ਦਿਨਾਂ ਤੋਂ ਵੱਧ ਜਾਂਦਾ ਫਿਰ ਅਸੀਂ ਕਹਾਂਗੇ ਸਰਕਾਰ ਕੰਮ ਨਹੀਂ ਕਰ ਰਹੀ। ਦੇਖੋ ਤੁਸੀਂ ਬੋਨੇ ਇੱਕ ਚੀਜ਼ ਦੇਖੋ ਕਿ ਜਿੰਨੀਆਂ ਵੀ ਪਾਰਟੀਆਂ ਨੇ, ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਿੱਚੋਂ ਬਹੁਤ ਸਾਰੇ ਨੁਮਾਇੰਦੇ ਨੇ ਕਿ ਜਿਹੜੀਆਂ ਉਹਨਾਂ ਦੇ ਪਾਰਟੀਆਂ ਨਾਲ ਜੁੜੇ ਹੋਏ ਨੇ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਅਕਾਲੀ ਦਲ ਦੇ ਨੇ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ, ਹਰੇਕ ਦੇ ਜਿਹੜੇ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਉਹਨਾਂ ਨਾਲ ਜੁੜੇ ਹੋਏ ਨੇ, ਪਾਰਟੀਆਂ ਨਾਲ ਜੁੜੇ ਹੋਏ ਨੇ। ਅਤੇ ਜਦੋਂ ਵੀ ਅਜਿਹਾ ਕੰਮ ਹੁੰਦਾ ਉਦੋਂ ਇਹ ਦੋਸ਼ ਲੱਗਦੇ ਰਹਿੰਦੇ ਨੇ ਵੀ ਇਹ ਫਲਾਣੀ ਪਾਰਟੀ ਦਾ ਬੰਦਾ ਸੀਗਾ ਜੀ, ਉਹਨੇ ਇਹ ਕੰਮ ਕਰਵਾਇਆ ਹੈਗਾ ਮੁਲਾਜ਼ਮ ਜਥੇਬੰਦੀਆਂ ਤੋਂ ਇਹ ਕੰਮ। ਅਤੇ ਇਹ ਗੱਲ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਉਦੋਂ ਲਖਬੀਰ ਸਿੰਘ ਲੱਖੇਵਾਲ ਹੁੰਦੇ ਸੀ ਜਿਹੜੇ ਕਿਸਾਨ ਵਿੰਗ ਦੇ ਜਿਹੜੇ ਪ੍ਰਧਾਨ ਹੋਇਆ ਕਰਦੇ ਸੀਗੇ, ਜਦੋਂ ਬਾਦਲ ਸਰਕਾਰ ਆਈ ਤਾਂ ਉਹਨਾਂ ਨੇ ਮੰਡੀ ਬੋਰਡ ਦਾ ਉਹਨਾਂ ਨੂੰ ਚੇਅਰਮੈਨ ਲਗਾ ਦਿੱਤਾ ਗਿਆ। ਤਾਂ ਉਦੋਂ ਵੀ ਇਹ ਚੀਜ਼ਾਂ ਜਿਹੜੀਆਂ ਚਰਚਾਵਾਂ ਛਿੜੀਆਂ ਕਿ ਜਿਹੜੀਆਂ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਧਰਨੇ ਤੁਰਨੇ ਲੱਗਦੇ ਰਹੇ ਨੇ, ਇਹ ਵੀ ਕਿਤੇ ਨਾ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਰਹੇ ਨੇ। ਅਤੇ ਇਹ ਚੀਜ਼ਾਂ ਦੋਸ਼ ਅਕਸਰ ਲੱਗਦੇ ਰਹਿੰਦੇ ਨੇ ਕਿ ਇਹ ਮੁਲਾਜ਼ਮ ਜਥੇਬੰਦੀਆਂ ਇੱਕ ਜਿਹੜੇ ਦੂਜੀਆਂ ਪਾਰਟੀਆਂ ਦੇ ਜਿਹੜੇ ਹੁੰਦੇ ਨੇ ਲੋਕ ਹੁੰਦੇ ਨੇ, ਉਹ ਮੁਲਾਜ਼ਮ ਜਥੇਬੰਦੀਆਂ ਨੂੰ ਕਹਿ ਕੇ ਇਹ ਧਰਨੇ ਲਵਾ ਦਿੰਦੇ ਨੇ।
ਪਰ ਇਹਦੇ ਨਾਲ ਇਹ ਵੀ ਦੇਖਣਾ ਹੋਏਗਾ ਕਿ ਮੁਲਾਜ਼ਮਾਂ ਨੂੰ ਇਹ ਸਾਰੇ ਮੁਲਾਜ਼ਮ ਅਜਿਹੇ ਨਹੀਂ ਹੁੰਦੇ। ਮੁਲਾਜ਼ਮ ਜਥੇਬੰਦੀਆਂ ਜਿਹੜੇ ਆਗੂ ਹੋਣਗੇ ਉਹ ਬੇਸ਼ੱਕ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਦੋਸ਼ ਲੱਗਦੇ ਨੇ, ਅਤੇ ਉਹ ਜਿਹੜਾ ਮਾਮਲਾ ਸ਼ੱਕੀ ਵੀ ਜਾਪਦਾ ਹੁੰਦਾ, ਪਰ ਸਾਰੇ ਮੁਲਾਜ਼ਮ ਇੱਦਾਂ ਦੇ ਸਾਰੇ ਮੁਲਾਜ਼ਮਾਂ ਨੂੰ ਜੋੜ ਕੇ ਕਿਸੇ ਪਾਰਟੀ ਦੇ ਨਾਲ ਜੋੜ ਕੇ ਉਹ ਨਹੀਂ ਹੋ ਸਕਦਾ ਹੈਗਾ। ਉਹ ਸਾਰੇ ਦੇ ਸਾਰੇ ਜੇ ਮੁਲਾਜ਼ਮ ਹੋਣਗੇ ਉਹਨਾਂ ਨੇ ਆਪਣੇ ਹਿੱਤਾਂ ਵਾਸਤੇ ਜੋ ਕੁਝ ਵੀ ਕਰਨਾ ਹੁੰਦਾ ਉਹ ਕਰਨਾ ਹੁੰਦਾ। ਜਿੱਥੋਂ ਤੱਕ ਰਹਿ ਗਈ ਬਲੈਕਮੇਲਿੰਗ ਦੀ ਗੱਲ, ਬਲੈਕਮੇਲਿੰਗ ਨੂੰ ਨਹੀਂ ਆਪਾਂ ਕਹਿ ਸਕਦੇ ਵੀ ਬਲੈਕਮੇਲਿੰਗ ਹੋ ਰਹੀ ਆ, ਪਰ ਇੰਨਾ ਹੈ ਕਿ ਜਿਹੜੇ ਧਰਨੇ ਲਗਾਏ ਜਾ ਰਹੇ ਨੇ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਨੇ ਉਹ ਮੰਗਾਂ ਜਾਇਜ਼ ਵੀ ਹੁੰਦੀਆਂ ਨੇ, ਬਹੁਤ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਪਬਲਿਕ ਵਾਸਤੇ ਜੇ ਹਿੱਤਾਂ ਦੀ ਗੱਲ ਸੋਚ ਕੇ ਚੱਲੀਏ ਤਾਂ ਉਹ ਪਬਲਿਕ ਹਿੱਤਾਂ ਦੀ ਗੱਲ ਵਿੱਚ ਉਹ ਨਜਾਇਜ਼ ਵੀ ਹੁੰਦੀਆਂ ਨੇ। ਪਰ ਇਹ ਸਰਕਾਰ ਨੇ ਵੇਖਣਾ ਕਿ ਇਹ ਜਾਇਜ਼ ਕੀ ਹੈ ਤੇ ਨਜਾਇਜ਼ ਕੀ ਹੈ, ਕਿਉਂਕਿ ਜੇਕਰ ਨਜਾਇਜ਼ ਜਾਇਜ਼ ਦੀ ਗੱਲ ਕਰੀਏ ਤਾਂ ਪਿਛਲੇ ਜਾਟ ਅੰਦੋਲਨ ਜਦੋਂ ਹੋਇਆ ਸੀਗਾ ਤਾਂ ਉਹਨਾਂ ਨੇ ਜਦੋਂ ਧਰਨੇ ਬਾਜ਼ਾਰ ਉੱਥੇ ਲਾਏ ਤਾਂ ਉਦੋਂ ਉਹਨਾਂ ਨੇ ਬਹੁਤ ਸਾਰੀਆਂ ਅਜਿਹੀਆਂ ਮੰਗਾਂ ਵੀ ਨਜਾਇਜ਼ ਮਨਵਾ ਲਈਆਂ ਜਿਹੜੀਆਂ ਸੀ ਉਹ ਬਲੈਕਮੇਲਿੰਗ ਵਾਲਾ ਕੰਮ ਸੀਗਾ। ਉੱਥੇ ਲੋਕਾਂ ਦੇ ਨਾਲ ਬਲਾਤਕਾਰ ਹੋਏ, ਲੋਕਾਂ ਦੇ ਮਾਰਾਂ ਕੁੱਟਾਂ ਕੀਤੀਆਂ ਗਈਆਂ, ਉੱਥੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕੀਤਾ ਗਿਆ, ਇੰਨਾ ਕੁਛ ਹੋਇਆ। ਪਰ ਉਹਦੇ ਬਾਵਜੂਦ ਵੀ ਜਾਟ ਅੰਦੋਲਨ ਦੇ ਵਿੱਚ ਉਹਨਾਂ ਨੇ ਹਰਿਆਣਾ ਸਰਕਾਰ ਨੇ ਕੀ ਕੀਤਾ? ਕੁਛ ਵੀ ਨਹੀਂ ਕੀਤਾ ਉਹਨਾਂ ਦਾ, ਉਲਟਾ ਉਹਨਾਂ ਦੀਆਂ ਮੰਗਾਂ ਹੀ ਮੰਨ ਲਈਆਂ ਉਹਨਾਂ ਦੀਆਂ। ਸੋ ਇਹ ਇੱਕ ਲੋਕਤਾਂਤਰਿਕ ਢੰਗ ਦੇ ਨਾਲ ਜਿਹੜਾ ਇਹ ਸਾਰਾ ਕੁਝ ਜਿਹੜਾ ਇਹ ਇੱਕ ਕਹਿ ਸਕਦੇ ਹਾਂ ਵੀ ਇੱਕ ਦਬਾਅ ਪਾ ਕੇ ਉਹਨਾਂ ਤੋਂ ਆਪਣੀ ਗੱਲ ਮਨਾਉਣੀ ਹੋਵੇ, ਚਾਹੇ ਉਹ ਜਾਇਜ਼ ਹੈ ਚਾਹੇ ਉਹ ਨਜਾਇਜ਼ ਹੈ। ਕੋਈ ਵੇਲਾ ਸੀਗਾ ਝੰਡੇ ਡੰਡੇ ਕੋਈ ਤਿੰਨ ਯੁੱਗ ਆਏ ਨੇ, ਆਪਣਾ ਝੰਡੇ ਦਾ, ਡੰਡੇ ਦਾ ਅਤੇ ਪ੍ਰੋਪੋਗੰਡੇ ਦਾ। ਜਿਹੜਾ ਅੰਗਰੇਜ਼ਾਂ ਵੇਲੇ ਸੀਗਾ ਤਾਂ ਉਹ ਭਾਰਤੀਆਂ ਨੇ ਜਿਹੜਾ ਉਹ ਝੰਡਾ ਲੈ ਕੇ ਤੇ ਸਾਰੇ ਪਾਸੇ ਨਿਕਲ ਜਾਂਦੇ ਹੁੰਦੇ ਸੀਗੇ, ਤੇ ਵੀ ਉਹ ਧਰਨੇ ਬਾਜ਼ਾਰੇ ਲਾ ਕੇ ਤੇ ਉਦੋਂ ਤੋਂ ਗੱਲ ਮਨਾਉਂਦੇ ਸੀ। ਅੰਗਰੇਜ਼ ਨੇ ਸੀਗੇ ਉਹਨਾਂ ਨੇ ਡੰਡਾ ਚਲਾਇਆ ਪੂਰਾ ਦੱਬ ਕੇ, ਤੇ ਉਹਨਾਂ ਦੇ ਉਦੋਂ ਦਮਨਕਾਰੀ ਨੀਤੀ ਅਪਣਾਈ। ਤੇ ਅੱਜ ਦਾ ਜ਼ਮਾਨਾ ਜਿਹੜਾ ਹੈਗਾ ਉਹ ਪ੍ਰੋਪੋਗੰਡੇ ਦਾ ਹੈਗਾ। ਜਿੰਨਾ ਵੱਧ ਤੋਂ ਵੱਧ ਪ੍ਰੋਪੋਗੰਡਾ ਹੋਏਗਾ ਉਹਨਾਂ ਜਿਹੜਾ ਉਹਨਾਂ ਦੀ ਗੱਲ ਮਨਾਉਣ ਦੀ ਕੋਸ਼ਿਸ਼ ਹੋਏਗੀ। ਪ੍ਰੋਪੋਗੰਡਾ ਕਿਵੇਂ ਹੋ ਰਿਹਾ? ਪਬਲਿਕ ਨੂੰ ਇਕੱਠਾ ਕਰ ਲਿੱਤਾ ਜਾਂਦਾ ਤੇ ਉਹ ਪਬਲਿਕ ਨੂੰ ਇਕੱਠਾ ਕਰਕੇ ਰੌਲਾ ਪਾ ਕੇ ਤੇ ਉਹ ਗੱਲ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਗੱਲ ਮੈਨੂੰ ਲੱਗਦਾ ਤੁਸੀਂ ਸ਼ਾਇਦ ਜ਼ਿਕਰ ਕਰ ਰਹੇ ਹੋ। ਤੇ ਇਹ ਜੇ ਹੁੰਦਾ ਤਾਂ ਪਬਲਿਕ ਇਸ ਨੂੰ ਸਾਰਾ ਜਾਣਦੀ ਹੈ, ਸਰਕਾਰਾਂ ਵੀ ਇਸ ਨੂੰ ਸਾਰਾ ਜਾਣਦੀਆਂ ਹੈਗੀਆਂ ਨੇ। ਹੁਣ ਵੇਖਣਾ ਇਹ ਹੋਗਾ ਕਿ ਇਹ ਜਾਇਜ਼ ਨਜਾਇਜ਼ ਜਿਹੜੀ ਗੱਲ ਮੰਨਦੀ ਹੈ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ 'ਤੇ ਕੀ ਅਸਰ ਪੈਂਦਾ। ਜੀ ਕੁਲਵੰਤ ਜੀ, ਤੁਸੀਂ ਸ਼ੋਅ ਦੇ ਵਿੱਚ ਪੂਰੀ ਚਰਚਾ ਕੀਤੀ, ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਖਬਰਾਂ ਦਾ ਵਿਸ਼ਲੇਸ਼ਣ ਕੀਤਾ, ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਤੁਸੀਂ ਦੇਖ ਰਹੇ ਸੀ ਜੀ ਆਵਾਜ਼ ਪੰਜਾਬ, ਮੈਂ ਜੀ ਬੋਨੀ ਬਿੰਦਰਾ, ਤੇ ਕੱਲ ਫੇਰ ਇਸੇ ਟਾਈਮ ਜੇ ਆਪਾਂ ਮਿਲ ਜਾਾਂਗੇ ਤੇ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਜੇ ਤੁਹਾਡੀ ਕੋਈ ਐਸੀ ਖਬਰ ਹੈ ਜਿਹਦੇ ਉੱਤੇ ਤੁਸੀਂ ਵਿਸ਼ਲੇਸ਼ਣ ਚਾਹੋ, ਜਾਂ ਕੋਈ ਐਸੀ ਤੁਹਾਡੀ ਵਿਸ਼ਾ ਜਿਹਦੇ ਉੱਪਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਬੈਠ ਕੇ ਗੱਲਬਾਤ ਕਰੀਏ, ਤਾਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਜੀ। ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਕੱਲ ਨੂੰ ਮਿਲਦੇ ਹਾਂ ਇਸੇ ਟਾਈਮ। ਬਹੁਤ ਧੰਨਵਾਦ।